ਸਤਿ ਸ਼੍ਰੀ ਅਕਾਲ। ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਸਿੰਘੂ ਬਾਰਡਰ ਦੀ ਹਰ ਇੱਕ ਕਹਾਣੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕੁਝ ਦਿਨਾਂ ਬਾਅਦ ਇਸ ਜਗ੍ਹਾ ਨੇ ਇਹਨਾਂ ਸਾਰੇ ਲੋਕਾਂ ਨੇ ਕਹਾਣੀਆਂ ਬਣ ਜਾਣਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਕੈਮਰੇ 'ਚ ਰਿਕਾਰਡ ਕਰਕੇ ਰੱਖੀਏ ਤੇ ਤੁਹਾਡੇ ਤੱਕ ਪਹੁੰਚਾਈਏ। ਮੇਰੇ ਨਾਲ ਇਸ ਵੇਲੇ ਬਾਬਾ ਜੀ ਬੈਠੇ ਨੇ, ਹਰਪਿੰਦਰ ਸਿੰਘ ਪਿੰਦਾ ਜੀ। ਇੱਧਰ ਗਿੱਲ ਸਾਹਿਬ ਬੈਠੇ ਨੇ, ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਨੇ, ਔਰ ਇੱਧਰ ਵੀ ਬਾਬਾ ਜੀ ਹੋਰੀ ਬੈਠੇ ਨੇ। ਅਸੀਂ ਇੱਥੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦਾ ਲੰਗਰ ਚੱਲਦਾ ਹੈ ਔਰ ਇਹ ਸਾਰੇ ਸੇਵਾਦਾਰ ਨੇ, ਸਾਰੇ ਸੇਵਾ ਕਰਦੇ ਨੇ। ਔਰ ਕਿਉਂਕਿ ਕੁਝ ਵੀ ਘਟਨਾ ਵਾਪਰੀ, ਹਰ ਇੱਕ ਦੇ ਅੱਖੀਂ ਡਿੱਠੀ ਹੋ ਗਈ। ਹਰ ਇੱਕ ਨੂੰ ਇੱਕ ਇੱਕ ਅੱਖਰ, ਇੱਕ ਇੱਕ ਕਹਾਣੀ, ਉਹ ਸਮਾਂ, ਉਹ ਵਕਤ ਕੱਲੇ ਕੱਲੇ ਬੰਦੇ ਨੂੰ ਪਤਾ ਹੈ ਕਿ ਇੱਥੇ ਕਿਹੜੇ ਵੇਲੇ ਕੀ ਹੋਇਆ ਸੀ। ਇੱਕ ਵਾਰੀ ਅਸੀਂ ਫਿਰ ਸਮਝਣ ਦੀ, ਉਹ ਦੁਹਰਾਉਣ ਦੀ ਕੋਸ਼ਿਸ਼ ਕਰਾਂਗੇ। ਬਾਬਾ ਜੀ ਹੋਰੀ ਇੱਥੇ ਮੌਜੂਦ ਰਹੇ, ਸਵੇਰ ਤੋਂ ਰਾਤ ਤੱਕ ਸਤਿਗੁਰਾਂ ਦਾ ਜਾਪ ਚੱਲਦਾ ਸੀ, ਲੰਗਰ ਚੱਲਦਾ ਸੀ ਔਰ ਸਭ ਕੁਝ ਅੱਖੀਂ ਹੋਇਆ। ਬਾਬਾ ਜੀ ਹੋਰਾਂ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਕਹਾਣੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੁਹਾਡੇ ਚੈਨਲ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ, ਉਹ ਇਹ ਲੰਗਰਾਂ ਦੀ ਸੇਵਾ ਸ੍ਰੀ ਮਾਨ ਸੰਤ ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਸਵਰਗਵਾਸੀ ਬਾਬਾ ਚਰਨ ਸਿੰਘ ਕੁਲਛੇਤਰ ਵਾਲੇ, ਇੱਕ ਸਾਲ ਅੱਜ ਤਰੀਕ 23 ਆ ਕਿ 3 ਦਿਨ ਰਹਿ ਗਏ ਨੇ ਕਿ ਸਾਲ ਪੂਰਾ ਹੋ ਜਾਣਾ। ਜਦੋਂ ਦੇ ਧਰਨੇ ਪੰਜਾਬ ਦੇ, ਹਰਿਆਣੇ ਦੇ ਲਾ ਲਓ, ਯੂਪੀ ਦੇ ਲਾ ਲਓ, ਉਹ ਤੋਂ ਪਹਿਲਾਂ ਵੀ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ, ਲੰਗਰਾਂ ਦੀਆਂ ਸੇਵਾ ਸਾਲ ਤੋਂ ਪਹਿਲਾਂ ਵੀ ਕੋਈ ਧਰਨੇ ਦੇ ਜਾਂਦਾ ਸੀ, ਕੋਈ ਮੋਰਚੇ ਤੇ ਜਾਂਦਾ ਸੀ। ਬਾਬਾ ਅਮਰੀਕ ਸਿੰਘ ਵੱਲੋਂ ਤੇ ਜਿਹੜਾ ਲੰਗਰ ਚੱਲ ਰਿਹਾ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਚੱਲ ਰਿਹਾ। ਇੱਥੇ ਜਦੋਂ ਆਏ ਸਾਂ 28 ਨੂੰ ਆ ਕੇ ਬੈਠੇ, ਪਿੰਡਾਂ ਵਿੱਚੋਂ ਹੁੰਦੇ ਸਾਨੂੰ ਆ ਜਗ੍ਹਾ ਮਿਲੀ। ਅੱਜ ਜਿਹੜੀ ਜਗ੍ਹਾ ਤੇ ਬੈਠੇ ਆ, ਬੜੇ ਰਾਹ ਵਿੱਚ ਕਸ਼ਟ ਆਏ, ਕਈਆਂ ਨੇ ਗੱਡੀਆਂ ਰੋਕਣ ਦੀਆਂ ਕੀਤੀਆਂ, ਨਹੀਂ ਰੁਕੇ ਕਿਉਂ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਸੀ। ਅਸੀਂ ਜਦੋਂ ਪਹੁੰਚੇ, ਇੱਥੇ ਨਾ ਕੋਈ ਤੰਬੂ ਸੀ, ਇੱਥੇ ਹੀ ਭੱਠੀਆਂ ਬਣਾ ਕੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਅਸੀਂ ਸ਼ੁਰੂ ਕਰ ਦਿੱਤਾ ਸੀ। ਉਹ ਦਿਨ ਤੋਂ ਲੈ ਕੇ ਹੁਣ ਤੱਕ ਇਹ ਲੰਗਰ ਦੇ ਵਿੱਚ 2-2 ਸਬਜ਼ੀਆਂ, ਖੀਰ, ਜਲੇਬੀਆਂ, ਰਸਗੁੱਲੇ, ਗਾਜਰ ਪਾ, ਪਿੰਨੀਆਂ, ਖਜੂਰਾਂ, ਮੈਂ ਕਿੰਨੇ ਕੁ ਪਦਾਰਥ ਗੁਰੂ ਨਾਨਕ ਦੇ ਲੰਗਰਾਂ 'ਚ ਗਿਣਾਵਾਂ, ਓਨੇ ਹੀ ਥੋੜ੍ਹੇ ਨੇ। ਉਹ ਟਾਈਮ ਬੜੀ ਵਾਹਿਗੁਰੂ ਦੀ ਕਿਰਪਾ ਸੀ। ਦੂਰੋਂ ਦੂਰੋਂ ਲੋਕਾਂ ਨੇ ਇਹ ਸੰਘਰਸ਼ ਤੇ ਆਪਣਾ ਸੰਯੋਗ ਪਾਇਆ। ਬੇਸ਼ੱਕ ਉਹ ਪਿੰਡ ਲਾ ਲਓ ਤੇ ਬੇਸ਼ੱਕ ਉਹ ਸ਼ਹਿਰ ਲਾ ਲਓ, ਹਰ ਇੱਕ ਦਾ ਸੰਯੋਗ ਗੁਰੂ ਦੇ ਲੰਗਰਾਂ 'ਚ ਪਾਇਆ। ਹਰ ਇੱਕ ਪਿੰਡ ਨੇ, ਸ਼ਹਿਰ ਨੇ ਲਾ ਲਓ, ਕਿਉਂ ਇਹ ਇਕੱਲਾ ਕੋਈ ਪੰਜਾਬ ਦਾ ਮੋਰਚਾ ਨਹੀਂ ਸੀ। ਇਹ ਮੋਰਚਾ ਰਾਜਸਥਾਨ, ਹਰਿਆਣਾ, ਯੂਪੀ, ਉੱਤਰਾਂਚਲ, ਮੱਧ ਪ੍ਰਦੇਸ਼, ਹਿਮਾਚਲ, MP, ਮਹਾਰਾਸ਼ਟਰ, ਮੈਂ ਕਿੰਨੇ ਕੁ ਦੇਸ਼ ਤੁਹਾਡੇ ਕੋਲ ਦੱਸਾਂ, ਉਧਰੋਂ ਬਾਹਰਲਾ, ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ, ਕਿਸੇ ਨੇ ਅੰਦੋਲਨ ਵਿੱਚ ਸੰਯੋਗ ਪਾਇਆ, ਕਿਸੇ ਨੇ ਗੁਰੂ ਦੇ ਲੰਗਰਾਂ 'ਚ ਪਾਇਆ। ਇਹ ਕਿਸਾਨ ਮੋਰਚਾ ਜਦੋਂ ਲੱਗਾ, ਇੱਥੇ 28 ਨੂੰ
ਨਾਮ ਦੀ ਸਤਨਾਮ ਵਾਹਿਗੁਰੂ ਦਾ ਜਾਪ ਹੋਇਆ। ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਵਾਹਿਗੁਰੂ ਦਾ ਜਾਪ ਹੋਇਆ। ਸਵੇਰੇ ਅੰਮ੍ਰਿਤ ਵੇਲੇ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਨਾਮ ਜਪਿਆ ਗਿਆ ਇਸੇ ਧਰਤੀ ਤੇ। ਕੱਲ ਮੇਰੇ ਵੀਰ ਇੱਥੋਂ ਦੇ ਕੰਪਨੀਆਂ ਫੈਕਟਰੀਆਂ ਵਾਲੇ ਪੁੱਛਣ ਲੱਗੇ, बाबा जी तुम चले जाओगे तो हम की बात कौन सुनेगा? असी आख्या वाहिगुरू करे कृपा, किसान भरा साढ़े 700 नौजवान वीर ला लो, मेरिया मावां ला लो, मेरिया भैनां ला लो, चढ़दी जवानी में इत्थे बच्चे ला लो ते बजुर्ग ला लो, सारिया ने शहीदियां पाइयां ने। ये ना बोलो गुरु नानक का लंगर चले गया। गुरु नानक का लंगर मोर्चे तो बाद भी इत्थे चलेगा। क्यों? और जदों ना दिल भर आया आंदा हमारी घर वाली बात हो गई थी, अब आंदा हम सब देश छोड़ आए, हमारा दिल तुम्हारे को हम सलाम करते हैं, वेलकम करते हैं। 1 साल हो गया हमको, यहाँ हमारे बच्चे, हमारी घर वालियाँ, हम गुरु नानक के घर का लंगर छक रहे हैं। हमारी गरीब की बाँह फड़ी है तो तुमने फड़ी है, किसान आंदोलन ने फड़ी है। इत्थे गरीब भी आए, इत्थे अमीर भी आए, सब ने इत्थे गुरु नानक दे घर दा लंगर छकिया। इत्थे कोई मर्जी जात वाला आया, किसी नूं गुरु नानक दे लंगर विचों आपां ठा नहीं सकते। नाले छकिया, नाले उन्हां ने ही अपने मूँह विचों सतनाम वाहिगुरू बोलिया। ये तो वड्डी गल किवें दी होएगी? ते यही अरदास करते सी सारे कि किसान अंदोलन की फतेह होवे, जित होवे, असीं अपनियां धरतियां नूं जकारे छड्डदे जाइए। अज हरियाणे की पंजाब की गल कर लीए, बड़ा वड्डा संजोग रहा सारियां स्टेटां दा। दूजी बेनती है दवाइयां, इत्थे दवाइयां दे कैंप लगे, जिहदा भी जिन्ने कु जोगा हैगा सी ये अंदोलन दे विच संजोग पाया। कोई चंडीगढ़ तो आया, कोई डेरा बस्सी तो आया, कोई बाबे नानकसर वाले, बाबे राड़ा साहब वाले, कार सेवा वाले बाबे, निहंग सिंह जथेबंदियां, जिन्ना भी जिहदे कोल संजोग दी सारा कोई कैंप ला रहा, कोई संगत नूं सवा रहा, कोई बिस्तरे दे रहा। बड़ा वड्डा संजोग होया। दूजी बेनती है, जदों 26 जनवरी सानू अतवादी कहा गया, सानू खालिस्तानी कहा गया, सानू मायावादी कहा गया, कोई किसान ने जाके झंडा नहीं चढ़ाया। इन्हां दे नकली किसान ट्रैक्टरां ते बह के साडे किसानां नूं बदनाम करन वास्ते इन्हां सरकारां ने की नहीं कीता, बड़ा कुछ कीता साडे नाल। इन्हां ने अगों ट्रैक्टर ला के सानू लाल किले वाल लै गए। उदों दियां पुलिस वो भी सौ गईयां, उन्होंने जाके उत्ते झंडा चढ़ाया। झंडे दे हर असी तिरंगे नूं भी सलाम करते हैं, वैलकम करते हैं। असी हर एक धर्म के झंडे नूं भी वैलकम करते हैं, सलाम करते हैं, सलूट भी मारने हैं। कोई केसरी झंडा चढ़ गया कोई गल नहीं। इत्थे जे सब तो ज़्यादा कुर्बानियां सिखां दियां होईयां ने,
ਇਤਿਹਾਸ ਪੜ੍ਹ ਲਓ ਪਿਛਲਾ, ਤੇ ਹੁਣ ਤੱਕ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਨੇ ਇੰਨਾ ਕਿਸੇ ਨੇ ਕੁਰਬਾਨੀ ਨਹੀਂ ਦਿੱਤੀ। ਤੇ ਸਾਨੂੰ ਮਾਇਆਵਾਦੀ ਕਿਹਾ ਗਿਆ, ਸਾਡੀਆਂ ਹੀ ਵੋਟਾਂ ਲੈ ਕੇ ਸਾਨੂੰ ਇਹ ਸਰਕਾਰਾਂ ਨੇ ਬਦਨਾਮ ਕੀਤਾ। ਜੇ ਸਰਕਾਰ ਸਾਡੇ ਤੋਂ ਵੋਟ ਨਾ ਲੈਂਦੀ ਤੇ ਸਾਨੂੰ ਕੋਈ ਹਰਜ ਨਹੀਂ, ਅਸੀਂ ਇਹ ਸਰਕਾਰਾਂ ਨੂੰ ਵੋਟਾਂ ਪਾਈਆਂ ਤੇ ਸਾਨੂੰ ਇਹ ਸਰਕਾਰਾਂ ਨੇ ਅੱਤਵਾਦੀ, ਮਾਇਆਵਾਦੀ, ਸਭ ਕੁਝ ਖਾਲਿਸਤਾਨੀ ਬਣਾ ਕੇ ਬਦਨਾਮ ਕੀਤਾ। ਜੇ ਤੁਸੀਂ ਚੰਗੇ ਸੋ ਤੇ ਸਾਡੇ ਤੋਂ ਵੋਟ ਨਹੀਂ ਲੈਣੀ ਸੀ ਕਿ ਅਸੀਂ ਖਾਲਿਸਤਾਨੀ ਹਾਂ, ਅਸੀਂ ਮਾਇਆਵਾਦੀ ਹਾਂ, ਅੱਤਵਾਦੀ ਹਾਂ। ਸਾਡੇ ਤੋਂ ਤੁਸੀਂ ਵੋਟ ਲੈਣ ਦੇ ਹੱਕਦਾਰ ਨਹੀਂ ਸੋ, ਪਰ ਸਾਡੀਆਂ ਵੋਟਾਂ ਕਿਉਂ ਲਈਆਂ, ਸਾਨੂੰ ਕਿਉਂ ਬਦਨਾਮ ਕੀਤਾ ਗਿਆ? ਮੈਂ ਇਹਦੀ ਵੀ ਸਭ ਤੋਂ ਜ਼ਿਆਦਾ ਨਿੰਦਿਆ ਕਰ ਰਿਹਾ। ਦੂਜੀ ਬੇਨਤੀ, ਜਿਹੜੇ ਇਸ ਧਰਤੀ ਦੇ ਗੁਰੂ ਨਾਨਕ ਸਾਹਿਬ ਦੇ ਲੰਗਰ ਚੱਲੇ ਨੇ, ਸਾਰੇ ਬਾਬਿਆਂ ਨੇ, ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਸਵਰਗਵਾਸੀ ਬਾਬਾ ਚਰਨ ਸਿੰਘ ਕੁਲਛੇਤਰ ਵਾਲੇ, ਬਾਬਾ ਸ੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ, ਸੰਤ ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ ਮਹਾਂਪੁਰਸ਼ ਹਜ਼ੂਰ ਸਾਹਿਬ ਵਾਲੇ, ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ, ਬਾਬਾ ਗੁਰੂ ਕੇ ਬਾਗ ਵਾਲੇ ਔਰ ਬਾਬਾ ਸ੍ਰੀਮਾਨ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਉਹਨਾਂ ਦੇ ਸਵਰਗ ਵਾਸੀ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ, ਉਹਨਾਂ ਦੇ ਅੱਗੋਂ ਮੁਖੀ ਸ੍ਰੀਮਾਨ ਸੰਤ ਬਾਬਾ ਬਚਨ ਸਿੰਘ ਦਿੱਲੀ ਵਾਲੇ। ਕਿੰਨੇ ਕੁ ਇੱਥੇ ਲੰਗਰਾਂ ਦੀ ਗਿਣਤੀ ਕਰੀਏ, ਹਰ ਇੱਕ ਕਾਰ ਸੇਵਾ ਵਾਲਿਆਂ ਨੇ, ਮਹਾਂਪੁਰਸ਼ਾਂ ਨੇ, ਸਾਰਿਆਂ ਨੇ, ਜਿੰਨੀਆਂ ਜਥੇਬੰਦੀਆਂ ਸੀ ਪੰਜਾਬ ਦੇ ਵਿੱਚ, ਜਿੰਨੀਆਂ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਸਾਰਿਆਂ ਨੇ ਇੱਥੇ ਲੰਗਰ ਲਾਇਆ। ਤੇ ਦੂਜੀ ਬੇਨਤੀ ਹੈ, ਜਦੋਂ ਕੋਈ ਵੀ, ਸਭ ਤੋਂ ਵੱਡੀ ਬੇਨਤੀ ਇਹ ਵੇ, ਆਹ ਜਿਹੜੀ ਰਾਹ ਹੈ ਇਹ ਚੱਲ ਰਿਹਾ, ਅਸੀਂ ਕਿਸੇ ਨੂੰ ਤੰਗ ਨਹੀਂ ਕੀਤਾ, ਕਿਸੇ ਨੂੰ ਮਾਰਿਆ ਨਹੀਂ। ਸਾਡੀਆਂ ਭੈਣਾਂ, ਸਾਡੀਆਂ ਮਾਵਾਂ ਰਾਤ ਨੂੰ ਇਹ ਰਾਤ ਹੋ ਜਾਂਦੀਆਂ ਸੀ, ਕਿਸੇ ਦੀ ਤਾਕਤ ਨਹੀਂ ਪਈ, ਅੱਖ ਚੁੱਕ ਕੇ ਉਹਦੇ ਵੱਲ ਵੇਖ ਲੇ। ਇਹ ਅੰਦੋਲਨ ਦੀ ਸਭ ਤੋਂ ਵੱਡੀ ਕਾਮਯਾਬੀ ਰਹੀ। ਦੂਜੀ ਬੇਨਤੀ, ਜੇ ਕਿਸੇ ਨੂੰ ਸੱਟ ਲੱਗ ਜਾਣੀ, ਉਹਨੂੰ ਭਰਾ ਬਣਾ ਕੇ ਹਸਪਤਾਲ ਵਿੱਚ ਦਾਖਲ ਕਰਾ ਕੇ ਹੁੰਦੇ ਸਾਂ। ਭਰਾ ਨੂੰ ਭਰਾ ਸਮਝਦੇ ਸਾਂ, ਭੈਣ ਨੂੰ ਭੈਣ ਸਮਝਦੇ ਸਾਂ, ਮਾਂ ਨੂੰ ਮਾਂ ਸਮਝਦੇ ਸਾਂ, ਬਾਪੂ ਨੂੰ ਬਾਪੂ ਸਮਝਦੇ ਸਾਂ, ਬੱਚੇ ਨੂੰ ਬੱਚਾ ਸਮਝਦੇ ਸਾਂ। ਸਾਰਿਆਂ ਦਾ ਸਤਿਕਾਰ ਇੱਕ ਤਰ੍ਹਾਂ ਹੀ ਕੀਤਾ। ਇੱਥੇ ਸਾਰੀ ਸੰਗਤ ਬੈਠੀ, ਜਥੇਦਾਰ ਬਾਬਾ ਪ੍ਰਗਟ ਸਿੰਘ, ਜਥੇਦਾਰ ਬਾਬਾ ਕਾਲਾ ਸਿੰਘ ਆਨੰਦਪੁਰ ਸਾਹਿਬ ਤੋਂ, ਦਰਸ਼ਨ ਸਿੰਘ ਲਾਂਗਰੀ, ਜਥੇਦਾਰ ਹੈਪੀ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਦੇ, ਔਰ ਸ਼ਿੰਗਾਰਾ ਸਿੰਘ ਡਰਾਈਵਰ, ਇਹ ਵੀ ਮੋਮੀਆਂ ਤੋਂ, ਨਿਹੰਗ ਸਿੰਘ ਜਥੇਬੰਦੀ ਬੈਠੀ। ਕੋਈ ਬੋਲਦਿਆਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵਾਂ, ਮੈਂ ਸਾਰੀ ਸੰਗਤ ਤੋਂ ਨਿਜਾਨ ਬੱਚਾ ਸਮਝ ਕੇ ਮਾਫੀ ਮੰਗਣਾ ਤੁਹਾਡੇ ਚੈਨਲ ਅੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤੇ ਇੱਕ ਜੀ ਇਤਿਹਾਸਿਕ ਮੋਰਚਾ ਹੋ ਗਿਆ ਜਿਹੜਾ ਲੱਗਾ ਵਾ। ਪਹਿਲਾਂ ਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਵੀਰਾਂ ਨੇ ਸਾਡੀ ਆਵਾਜ਼ ਨੂੰ ਚੁੱਕਿਆ। ਇੱਥੇ ਅੱਜ ਤੱਕ ਜਿਹੜੇ ਗੋਦੀ ਮੀਡੀਆ ਉਹਨਾਂ ਨੇ ਸਾਡਾ ਜਿਹੜਾ ਸਾਥ ਨਹੀਂ ਦਿੱਤਾ, ਪਰ ਜਿਹੜੇ ਕੁਝ ਚੈਨਲ ਸੀ ਉਹਨਾਂ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ, ਉਹਨਾਂ ਦੇ ਰਿਣੀ ਵੀ ਆ। ਤੇ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਦੱਸ ਕੇ ਜਾਵਾਂਗੇ ਵੀ ਆਹ ਚੈਨਲ ਨੇ ਸਾਡੀ ਜਿਹੜੀ ਆਵਾਜ਼ ਬੁਲੰਦ ਕੀਤੀ ਆ। ਉਹਨਾਂ ਦਾ ਬਹੁਤ ਬਹੁਤ ਪਹਿਲਾਂ ਧੰਨਵਾਦ, ਜਿਨ੍ਹਾਂ ਨੇ ਆਣ ਕੇ ਇਸ ਮੋਰਚੇ ਦੇ ਵਿੱਚ ਸਾਡੇ ਹਾਲਾਤ ਜਿਹੜੇ ਆ ਦੁਨੀਆ ਤੱਕ ਪਹੁੰਚਾਏ, ਤੇ ਇਹ ਅੰਦੋਲਨ ਦੀਆਂ ਜਿਹੜੀਆਂ ਚੰਗੀਆਂ ਗੱਲਾਂ ਸੀ ਉਹ ਜਿਹੜੀਆਂ ਪਹੁੰਚਾਈਆਂ। ਤੇ ਉਸ ਦਾ ਅਸੀਂ
ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਦੂਜੀ ਗੱਲ ਜਿਹੜੀ ਤੁਸੀਂ ਵੀਰ ਜੀ ਪੁੱਛੀ ਆ ਕਿ ਜਿਹੜੇ ਇੱਥੋਂ ਦੇ ਲੋਕ ਸੀ ਉਹ ਆਪਣੇ ਆਪ ਨੂੰ ਬਹੁਤ ਸੇਫ ਮੰਨਦੇ ਸੀ। ਜਿਹੜੇ ਇੱਥੇ ਨੌਕਰੀਆਂ ਵਾਲੇ ਜਾਂਦੇ ਸੀ, ਬੱਚੇ ਜਾਂਦੇ ਸੀ, ਮਾਈਆਂ ਜਾਂਦੀਆਂ ਸੀ, ਸਾਡੀਆਂ ਭੈਣਾਂ ਜਾਂਦੀਆਂ ਸੀ, ਉਹ ਇੱਥੋਂ ਪ੍ਰਸ਼ਾਦਾ ਪਾਣੀ ਵੀ ਛਕਦੀਆਂ ਸੀ ਤੇ ਆਪਣੇ ਆਪ ਨੂੰ ਜਿਹੜਾ ਸੀ ਬਹੁਤ ਸੇਫ ਸਮਝਦੀਆਂ ਸੀ। ਉਹ ਰਾਤ 10-11 ਵਜੇ ਤੱਕ ਜਿਹੜਾ ਸੀ ਇੱਥੇ ਪੈਦਲ ਆਵਾਜਾਈ ਜਿਹੜੀ ਚੱਲਦੀ ਰਹਿੰਦੀ ਸੀ। ਪਰ ਕਿਸੇ ਦੀ ਇਹ ਤਾਕਤ, ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਵੀ ਮੋਰਚੇ ਦੇ ਵਿੱਚ ਕਿ ਉਹਨਾਂ ਵੱਲ ਕੋਈ ਅੱਖ ਚੁੱਕ ਕੇ ਵੇਖ ਸਕੇ। ਇਸ ਕਰਕੇ ਜਿਹੜਾ ਸੀ ਇਸ ਜਿਹੜੀ ਆ ਆਪਣੀ ਜਿਹੜੀ ਆ ਬਹੁਤ ਤਗੜੀ ਖੂਬੀ ਰਹੀ ਆ ਇਸ ਮੋਰਚੇ ਦੀ। ਤੇ ਬਾਕੀ ਜਿਹੜਾ ਵਾ ਬਾਕੀ ਇੱਥੇ ਕਾਰ ਸੇਵਾ ਵਾਲੇ ਬਾਬਾ ਜੀ ਜਿਹੜੇ ਲੰਗਰਾਂ ਵਾਲੇ ਸੀ ਉਹਨਾਂ ਦਾ ਬੜਾ ਸਹਿਯੋਗ ਰਿਹਾ ਵਾ, ਜਿਨ੍ਹਾਂ ਨੇ ਅੱਜ ਤੱਕ ਸਾਰੇ ਅੰਦੋਲਨ ਨੂੰ ਜਿਹੜਾ ਵਾ ਵੀ ਰਾਸ਼ਨ ਪਾਣੀ, ਪ੍ਰਸ਼ਾਦਾ ਪਾਣੀ ਛਕਾਇਆ। ਬਿਲਕੁਲ ਜੀ, ਇੱਥੇ ਹਰ ਇੱਕ ਦਾ ਸਹਿਯੋਗ ਸੀ। ਜਿੱਦਾਂ ਲੰਗਰਾਂ ਵਾਲਿਆਂ ਦਾ ਸਹਿਯੋਗ ਆ, ਸਫਾਈ ਵਾਲਿਆਂ ਦਾ ਸਹਿਯੋਗ ਆ, ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲੱਗੀਆਂ ਨੇ, ਇਹਨਾਂ ਦਾ ਜਿਹੜਾ ਸੀ ਸਾਰਿਆਂ ਦਾ ਬੜਾ ਜ਼ਿਆਦਾ ਸਹਿਯੋਗ ਸੀ। ਜਿੰਨੇ ਵੀ ਇੱਥੇ ਸੇਵਾ ਕਰਦੇ ਸੀ, ਜਿਹੜੇ ਆਸ-ਪਾਸ ਦੇ ਜਿਹੜੇ ਹੈਗੀਆਂ ਕੰਪਨੀਆਂ, ਉਹਨਾਂ ਦੇ ਜਿਹੜੇ ਉੱਥੇ ਬੈਠੇ ਸੀ ਵਰਕਰ, ਠੀਕ ਆ, ਉਹ ਵੀ ਆਪਣੇ ਆਪ ਨੂੰ ਬਹੁਤ ਸੇਫ ਮੰਨਦੇ ਆ ਵੀ ਅਸੀਂ ਜਿਹੜਾ ਵਾ ਸਾਨੂੰ ਕੋਈ ਖਤਰਾ ਨਹੀਂ ਆ। ਇੱਥੇ ਆਣ ਕੇ ਉਹਨਾਂ ਨੂੰ ਬੜਾ ਚੈਨਲ ਵਾਲਿਆਂ ਨੇ ਭੜਕਾਇਆ ਵੀ ਆ ਕਿ ਤੁਹਾਨੂੰ ਇਹ ਸਰਦਾਰ ਤੰਗ ਕਰਦੇ ਆ। ਜ਼ਿਆਦਾ ਤੇ ਇੱਥੇ ਮੋਰਚੇ ਦੇ ਵਿੱਚ ਜਿਹੜਾ ਸੀ, ਚਲੋ ਬਾਕੀਆਂ ਸਾਰੀਆਂ ਸਟੇਟਾਂ ਦਾ ਸਹਿਯੋਗ ਹੈਗਾ, ਪਰ ਜਿਹੜੀਆਂ ਪੰਜਾਬ ਦੀ 32 ਜਥੇਬੰਦੀਆਂ ਸੀ ਉਹ ਇੱਥੇ ਬੈਠੀਆਂ ਸੀ। ਉੱਭਰ ਕੇ ਜਿਹੜਾ ਜ਼ਿਆਦਾ ਪੰਜਾਬ ਹੀ ਆਇਆ ਤੇ ਜ਼ਿਆਦਾ ਤੁਸੀਂ ਚਿਹਰੇ ਵੀ ਵੇਖੇ ਹੋਣਗੇ ਆਮ ਚੈਨਲ ਦੇ ਵਿੱਚ ਵੀ, ਆਮ ਤੁਸੀਂ ਰਿਕਵਰ ਕਰਦੇ ਜੋ, ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਸਿੱਖ ਚਿਹਰੇ ਜ਼ਿਆਦੇ ਨੇ। ਤੇ ਇਹ ਜਿਹੜੇ ਆ ਆਪਣੇ ਆਪ ਨੂੰ ਸਿੱਖਾਂ ਦੇ ਵਿੱਚ ਜਿਹੜੇ ਸੀ ਇੱਥੋਂ ਦੇ ਲੋਕਲ ਲੋਕ ਸੀ, ਉਹਨਾਂ ਨੇ ਬਹੁਤ ਜ਼ਿਆਦਾ ਸੇਫ ਮਹਿਸੂਸ ਕੀਤਾ ਤੇ ਸਾਨੂੰ ਵੀ ਉਹਨਾਂ ਦੇ ਬਹੁਤ ਮਾਣ ਆ ਵੀ ਉਹਨਾਂ ਨੇ ਅੱਜ ਤੱਕ ਤੇ 23 ਤਰੀਕ ਤੋਂ ਆਪਾਂ ਅੱਜ 23 ਤਰੀਕ ਹੋ ਗਈ ਆ ਤੇ 11 ਮਹੀਨੇ ਤੇ ਆਪਾਂ ਨੂੰ 27 ਦਿਨ ਹੋ ਗਏ ਆ ਤੇ ਅੱਜ 3 ਦਿਨਾਂ ਨੂੰ ਇੱਥੇ ਜਿਹੜਾ ਆਪਾਂ ਨੂੰ 1 ਸਾਲ ਹੋ ਜਾਣਾ 26 ਤਰੀਕ ਨੂੰ। ਤੇ ਇਹਨਾਂ ਲੋਕਾਂ ਨੇ ਬੜਾ ਸਾਥ ਦਿੱਤਾ ਵਾ, ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜਾ ਮੋਰਚਾ ਸਾਡਾ ਜਿਹੜਾ ਵਾ ਸ਼ਾਂਤੀਪੂਰਵ ਰਿਹਾ ਤੇ ਸ਼ਾਂਤੀਪੂਰਵ ਹੀ ਚੱਲਿਆ ਵਾ। ਅਸੀਂ ਗੱਲਬਾਤ ਕਰ ਰਹੇ ਸੀ ਬਾਬਾ ਜੀ ਹੋਰਾਂ ਨਾਲ, ਕਿਉਂਕਿ ਕੁਝ ਜਦੋਂ ਇੱਥੋਂ ਆਪਾਂ ਚਲੇ ਜਾਣਾ, ਦੇਖੋ ਤੁਹਾਨੂੰ ਪਤਾ ਹੈ ਕਿ ਜਿੱਤ ਦੇ ਤਾਂ ਲਗਭਗ ਨਜ਼ਦੀਕ ਹੈਗੇ ਅਸੀਂ। ਕੁਝ ਦਿਨਾਂ ਤੱਕ ਇਹ ਫੈਸਲਾ ਵੀ ਤੁਸੀਂ ਦੇ ਸਕਦੇ ਹੋ ਕਿ ਠੀਕ ਆ, ਆਪਾਂ ਸਾਰਾ ਕੁਝ ਜਿੱਤ ਚੁੱਕੇ ਹਾਂ ਤੇ ਹੁਣ ਅਸੀਂ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਈਏ। ਇੱਥੋਂ ਦੀਆਂ ਯਾਦਾਂ ਕੀ ਕੁਝ ਲੈ ਕੇ ਜਾਓਗੇ ਸਿਰਸਾ ਸਾਹਿਬ, ਖਾਸ ਕਰਕੇ ਕਿਸਾਨ ਲੀਡਰ ਹੋਣ ਦੇ ਨਾਤੇ, ਇੱਕ ਕਿਸਾਨ ਹੋਣ ਦੇ ਨਾਤੇ? ਸਭ ਤੋਂ ਪਹਿਲਾਂ ਤਾਂ ਮੈਂ ਇਸ ਅੰਦੋਲਨ ਨੂੰ ਲੈ ਕੇ ਜੋ ਪੰਜਾਬ ਤੋਂ 32 ਕਿਸਾਨ ਜਥੇਬੰਦੀਆਂ ਚੱਲੀਆਂ, ਉਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਜੋ ਇਹ ਨਿਰਬਲ ਪੰਥ ਚਲਾਇਆ ਸੀ, ਜੋ ਗੁਰੂ ਨਾਨਕ ਪਾਤਸ਼ਾਹ ਨੇ ਉਸ ਟਾਈਮ ਤੇ ਬਾਬਰ ਨੂੰ ਜਾਬਰ ਕਿਹਾ ਤੇ ਉਸ ਰਸਤੇ ਤੇ ਚੱਲਦਿਆਂ ਹੋਇਆਂ ਹੀ ਬਾਕੀ ਗੁਰੂ ਸਾਹਿਬਾਨਾਂ ਨੇ ਵੀ ਬਹੁਤ ਵੱਡੀਆਂ ਜਿਹੜੀਆਂ ਨੇ ਉਹ ਸ਼ਹਾਦਤਾਂ ਵੀ ਦਿੱਤੀਆਂ ਤੇ ਲੋਕਾਂ ਨੂੰ ਰਸਤੇ ਵੀ ਦਰਸਾਏ। ਮਨੁੱਖ ਨੂੰ ਇਹ ਦੱਸਿਆ ਕਿ ਮਨੁੱਖ ਤੂੰ ਇਸ ਸੰਸਾਰ ਤੇ ਆਇਆ ਕਿਸ ਵਾਸਤੇ। ਸੋ ਉਹਨਾਂ ਨੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜੋ ਰਸਤਾ ਦਰਸਾਇਆ ਸੀ, ਉੱਤੇ ਚੱਲਦਿਆਂ ਉੱਥੋਂ ਚੱਲੇ ਤੇ ਇੱਥੇ ਜਦੋਂ ਆ ਗਏ, ਇੱਥੇ ਆਉਣ ਤੋਂ ਬਾਅਦ ਪਹਿਲਾਂ ਹੀ ਵੈਸੇ ਤੁਹਾਨੂੰ ਪਤਾ ਹੈ ਕਿ 2 ਮਹੀਨੇ ਜਿਹੜਾ ਲਗਾਤਾਰ ਜਿਹੜੇ ਸੀ ਉੱਥੇ ਪੰਜਾਬ ਦੇ ਵਿੱਚ ਰੇਲਵੇ ਟਰੈਕਾਂ ਤੇ ਅਸੀਂ ਬੈਠੇ ਰਹੇ ਤੇ ਉੱਥੇ ਚੱਲਦਿਆਂ ਦੇ ਵਿੱਚ ਇਹ 'ਚ ਸਭ ਤੋਂ ਵੱਡਾ ਯੋਗਦਾਨ ਲੰਗਰਾਂ ਦਾ, ਕਾਰ ਸੇਵਾ ਵਾਲੇ ਬਾਬਿਆਂ ਦਾ। ਉਸ ਤਰ੍ਹਾਂ ਵੀ ਜਿਹੜਾ ਇੰਡੀਵਿਜੂਅਲ ਤੌਰ ਤੇ ਵੀ ਜਿਨ੍ਹਾਂ ਨੇ ਲੰਗਰ ਲਾਏ ਨੇ, ਲੰਗਰਾਂ ਦੀ ਜਿਹੜੀ ਸੇਵਾ ਉਹ ਬੜੀ ਵੱਡੀ ਸੇਵਾ। ਆਪਾਂ ਹੁਣ ਇੱਥੇ ਇਸ ਟਾਈਮ ਦੇ ਉੱਤੇ ਜਿਹੜੇ ਬੈਠੇ ਆ, ਇਹ ਬਾਬਾ ਅਮਰੀਕ ਸਿੰਘ ਜੀ ਜਿਹੜੇ ਕਿ ਪਟਿਆਲੇ ਵਾਲੇ ਨੇ, ਇੱਥੇ ਬਾਬਾ ਪਿੰਦਾਜੀਆ ਬੈਠੇ ਨੇ ਜਿਹੜੇ ਲਗਾਤਾਰ ਇੱਥੇ ਸੇਵਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰਦੇ ਨੇ। ਬਹੁਤ ਵੱਡੇ ਪੱਧਰ ਤੇ ਵੇਖੋ ਤੁਸੀਂ ਕਿੱਡੇ ਪੱਕੇ ਸ਼ੈੱਡ ਬਣਾਏ ਹੋਏ ਨੇ, ਕੀ ਕੁਛ ਕੀਤਾ ਹੋਇਆ। ਸੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਇੱਕ ਗੱਲ ਮੈਂ ਇਹ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਜਿਹੜੀ ਤੁਸੀਂ ਕਿਹਾ ਨਾ ਵੀ ਜਾਣ ਦੀ ਗੱਲ ਅਜੇ ਏਡੀ ਛੇਤੀ ਨਹੀਂ। ਪ੍ਰਧਾਨ ਮੰਤਰੀ ਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਤਾ ਹੈ ਔਰ ਉਹ ਸ਼ਾਇਦ ਕੱਲ੍ਹ ਨੂੰ ਉਹਨਾਂ ਦੀ ਕੈਬਨਿਟ ਦੀ ਮੀਟਿੰਗ ਵੀ 24 ਤਰੀਕ ਨੂੰ ਹੋਵੇਗੀ। ਉਸ ਤੋਂ ਬਾਅਦ ਉਹਨਾਂ ਕਿਹਾ ਕਿ 30 ਤਰੀਕ ਨੂੰ ਲੈਵਾਂਗੇ, ਬਿੱਲ ਆ ਜਾਣਗੇ। ਜਿਸ ਤਰ੍ਹਾਂ ਬਿੱਲ ਇਹ ਪਹਿਲਾਂ ਪਾਸ ਹੋਏ ਸੀ ਉਸੇ ਤਰ੍ਹਾਂ ਹੀ ਇਹ ਰੱਦ ਹੋਣਗੇ ਪਾਰਲੀਮੈਂਟ ਦੇ ਵਿੱਚ। ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ MSP ਆ, ਇਹ ਜਿਹੜਾ ਅੰਦੋਲਨ ਆ, ਇਹ ਠੀਕ ਹੈ ਕਿ ਪੰਜਾਬ ਤੋਂ 3 ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣ ਵਾਸਤੇ ਪਹਿਲਾਂ ਅਸੀਂ ਸ਼ੁਰੂ ਹੋਏ ਸੀ, ਕਿਉਂਕਿ MSP ਪੰਜਾਬ ਤੇ ਹਰਿਆਣਾ ਤੇ ਪਹਿਲਾਂ ਬਿੱਲ ਹੀ ਰਹੀ ਸੀ। ਜਦੋਂ ਅਸੀਂ ਪੰਜਾਬ ਤੋਂ ਬਾਹਰ ਦੀਆਂ ਜਿਹੜੀਆਂ ਜਥੇਬੰਦੀਆਂ, ਅਸੀਂ ਪੰਜਾਬ ਦੇ ਵਿੱਚ ਬੈਠ ਕੇ ਇੱਕ ਮੀਟਿੰਗ ਕੀਤੀ ਕਿ ਜਿਹੜਾ ਇਹ ਅੰਦੋਲਨ ਹੈ, ਇਹ ਜਿਹੜੀ ਲੜਾਈ ਹੈ, ਇਹ ਸਾਡੀ ਕੇਂਦਰ ਸਰਕਾਰ ਨਾਲ ਸ਼ੁਰੂ ਹੋਣੀ ਆ ਤੇ ਕੇਂਦਰ ਸਰਕਾਰ ਦੇ ਨਾਲ ਲੜਾਈ ਲੜਨ ਵਾਸਤੇ ਇਕੱਲਾ ਸੂਬਾ ਜਿਹੜਾ ਉਹ ਇਕੱਲਾ ਕਾਮਯਾਬ ਨਹੀਂ ਹੋ ਸਕਦਾ। ਸਾਨੂੰ ਦੇਸ਼ ਦੀਆਂ ਬਾਕੀ ਜਥੇਬੰਦੀਆਂ ਨੂੰ ਵੀ ਨਾਲ ਲੈਣਾ ਜ਼ਰੂਰੀ ਆ।
ਜਦੋਂ ਅਸੀਂ ਇੱਥੇ 2020 ਦੇ ਵਿੱਚ ਜਿਸ ਤਰ੍ਹਾਂ ਕਿ ਸਤੰਬਰ 27 ਨੂੰ ਸਾਡੀ ਪਹਿਲੀ ਮੀਟਿੰਗ ਭਾਰਤ ਦੀਆਂ ਬਾਕੀ ਜਥੇਬੰਦੀਆਂ ਨਾਲ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਹੋਈ ਤੇ ਉਸ ਤੋਂ ਬਾਅਦ ਫਿਰ ਸਾਡੀ 3 ਅਕਤੂਬਰ ਨੂੰ ਜਿਹੜੀ ਮੀਟਿੰਗ ਸੀ ਉਹ ਗੁਰਦੁਆਰਾ ਰਕਾਬਗੰਜ ਸਾਹਿਬ, ਫਿਰ ਸਾਡੀ ਦੂਸਰੀ ਮੀਟਿੰਗ ਹੁੰਦੀ ਆ 7 ਤਰੀਕ ਨੂੰ, ਫਿਰ ਜਿਹੜੀ ਆ ਅਕਤੂਬਰ ਨੂੰ ਸਾਡੀ 3 ਮੀਟਿੰਗਾਂ ਸਾਡੀਆਂ ਲਗਾਤਾਰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ 'ਚ ਹੋਈਆਂ। ਬਾਕੀ ਕਿਸਾਨਾਂ ਅਸੀਂ ਉਹਨਾਂ ਅੱਗੇ ਆਪਣੀ ਮੰਗ ਰੱਖੀ ਵੀ ਤੁਸੀਂ ਸਾਡਾ ਸਹਿਯੋਗ ਦਿਓ। ਉਹਨਾਂ ਦੀ ਵੀ ਗੱਲ ਸੀ ਕਿ ਜਿਹੜੀ ਇਹ ਆ ਤਾਂ ਜੁੜ ਸਕਦੇ ਆ ਕਿ MSP ਜਿਹੜੀ ਆ ਉਹ ਪੂਰੇ ਭਾਰਤ ਵਿੱਚ ਵੀ ਤੁਹਾਨੂੰ ਤਾਂ ਮਿਲ ਰਹੀ ਆ ਤੇ ਇਹਦੇ ਵਿੱਚ ਜਿਹੜੀ MSP ਜਿਹੜੀ ਆ ਪੂਰੇ ਭਾਰਤ ਵਿੱਚ ਬਾਕੀ ਸੂਬਿਆਂ ਨੂੰ ਵੀ ਕਿਸਾਨ ਜਿਹੜੇ ਨੇ ਉਹ ਲੁੱਟੇ ਜਾ ਰਹੇ ਨੇ, ਉਸੇ ਤਰ੍ਹਾਂ ਮਿਲਣੀ ਚਾਹੀਦੀ ਹੈ। ਇਕੱਠੇ ਹੋ ਗਏ, ਜਦੋਂ ਅਸੀਂ ਇਕੱਠੇ ਰਹੇ ਹਾਂ ਤੇ ਸਾਡਾ ਨਾਰਾ ਇਹ ਕਿ 3 ਖੇਤੀ ਵਿਰੋਧੀ ਕਾਨੂੰਨ ਰੱਦ ਕਰਾਉਣੇ, MSP ਪੂਰੇ ਭਾਰਤ 'ਚ ਲਾਗੂ ਕਰਾਉਣੀ ਕਾਨੂੰਨ ਦੇ ਤਹਿਤ, ਤੇ ਬਿਜਲੀ ਸੋਧ ਬਿੱਲ ਜਿਹੜਾ ਆ ਰਿਹਾ ਸੀ ਉਹ ਰੱਦ ਕਰਾਉਣਾ, ਤੇ ਪਰਾਲੀ ਦੇ ਸੰਬੰਧ ਵਿੱਚ ਜਿਹੜਾ ਬਣਿਆ ਕਾਨੂੰਨ ਸੀ ਉਹ ਰੱਦ ਕਰਾਉਣਾ। ਇਹ ਚੀਜ਼ ਨੂੰ ਲੈ ਕੇ ਅਸੀਂ ਰੋਜ਼ ਸਟੇਜਾਂ 'ਤੇ ਵੀ ਬੋਲੇ ਆ ਔਰ ਸਾਰੇ ਬੁਲਾਰੇ ਬੋਲੇ ਨੇ, ਮੀਡੀਆ ਨੇ ਵੀ, ਤੁਹਾਨੂੰ ਵੀ ਪਤਾ ਵੀ ਸਾਰਾ ਕੁਝ ਹੋਇਆ। ਇਸ ਕਰਕੇ ਅੱਜ ਜਿਸ ਤਰ੍ਹਾਂ ਕਿ 3 ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦਾ ਤਾਂ ਐਲਾਨ ਹੋ ਗਿਆ, ਲੇਕਿਨ ਜਿਹੜੀ MSP ਆ ਉੱਥੇ ਕਹਿੰਦੇ ਨੇ ਕਮੇਟੀ ਬਣੇਗੀ। ਉਹ ਕਮੇਟੀ ਦੀ ਕੀ ਰੂਪਰੇਖਾ ਹੋਏਗੀ ਕਿ ਕਮੇਟੀ ਦੇ ਵਿੱਚ ਕੌਣ ਆਦਮੀ ਜਿਹੜੇ ਨੇ ਉਹ ਲੈ ਜਾਣਗੇ, ਕਮੇਟੀ ਕਿਹੜੇ ਸੂਬਿਆਂ ਦੇ ਵਿੱਚੋਂ ਕਿਸ ਤਰ੍ਹਾਂ ਜਿਹੜਾ ਸਾਰਾ ਤੈਅ ਕਰੇਗੀ, ਉਹਦੀ ਦਿਸ਼ਾ ਨਿਰਦੇਸ਼ ਉਹਦੇ ਸਾਡੇ ਜੋ ਕਮੇਟੀ ਆਪਣੀਆਂ ਫਿਰ ਉਹ ਰਿਪੋਰਟਾਂ ਸਾਰੇ ਸੂਬਿਆਂ ਤੋਂ ਲੈ ਕੇ ਤਿਆਰ ਕਰਕੇ ਤੇ ਜਿਹੜੀ ਕਮੇਟੀ ਰਿਪੋਰਟ ਕਰਦੀ ਆ, ਕੀ ਉਸ ਰਿਪੋਰਟ ਦੇ ਉੱਤੇ ਕਾਨੂੰਨ ਬਣੇਗਾ? ਇਹ ਸਵਾਲ ਨੇ ਅਜੇ। ਜਿੰਨਾ ਚਿਰ MSP ਦੇ ਉੱਤੇ ਕਮੇਟੀ ਬਣਾਉਣ ਵਾਸਤੇ ਜਿਹੜਾ ਉਹ ਸਾਰੀ ਇਹ ਮਸਲਾ ਹੱਲ ਨਹੀਂ ਹੁੰਦਾ, MSP ਦੇ ਉੱਤੇ ਕਾਨੂੰਨ ਦੇ ਤਹਿਤ ਕਮੇਟੀ ਜਿਹੜੀਆਂ ਕਮੇਟੀ ਦੀਆਂ ਇਕੱਲੀਆਂ ਗੱਲਾਂ ਹੋਣ ਦੇ ਨਾਲ ਜਾਂ ਕਹਿਣ ਦੇ ਨਾਲ, ਜਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਜਿੱਦਣ ਉਹਨਾਂ ਨੇ 19 ਤਰੀਕ ਨੂੰ ਇਹ ਖੇਤੀ ਵਿਰੋਧੀ ਬਿੱਲ ਜਿਹੜੇ ਸੀ ਇਹ ਰੱਦ ਕਰਨ ਦਾ, ਕਾਨੂੰਨ ਰੱਦ ਕਰਨ ਦੀ ਉਹਨਾਂ ਗੱਲ ਕਰਤੀ ਚੈਨਲਾਂ ਦੇ ਉੱਤੇ, ਨਾਲ ਇਹ ਕਹਿ ਦਿੱਤਾ ਕਿ ਮੈਂ ਜਿਹੜੇ ਧਰਨੇ ਦੇ ਉੱਤੇ ਬੈਠੇ ਨੇ ਪੰਜਾਬ ਦੇ ਲੋਕ ਚਲੇ ਜਾਣ। ਬਈ ਘਰੋਂ ਘਰੀ ਇਸ ਤਰ੍ਹਾਂ ਕਿਵੇਂ ਚਲੇ ਜਾਣਗੇ? ਇਹ ਖੇਤੀ ਵਿਰੋਧੀ ਕਾਨੂੰਨ ਰੱਦ ਕਰਾ ਕੇ ਤੇ ਜਿਹੜੀ MSP ਆ ਕਾਨੂੰਨ ਦੇ ਤਹਿਤ ਪੂਰੇ ਦੇਸ਼ 'ਚ ਲਾਗੂ ਕਰਾ ਕੇ ਹੀ ਇਹ ਧਰਨੇ ਜਿਹੜੇ ਨੇ ਉੱਠਣਗੇ। ਇਹ ਜਿਹੜੀ ਇਸ ਕਰਕੇ ਇਹ ਏਡੀ ਛੇਤੀ ਅਜੇ ਜਾਣ ਵਾਲੇ ਨਹੀਂ ਹੈਗੇ। ਠੀਕ ਹੈ, ਪਰ ਨਾਲ ਕਿਉਂਕਿ ਅਸੀਂ ਇਸ ਵਿਸ਼ੇ ਤੇ ਵੀ ਨਾਲ ਸਭ ਦੇ ਨਾਲ ਚਰਚਾ ਕਰ ਰਹੇ ਹਾਂ ਕਿ ਦੇਖੋ ਬਹੁਤ ਕੁਝ ਅਸੀਂ ਇੱਥੋਂ ਸਿੱਖਿਆ, ਬਹੁਤ ਕੁਝ ਮਤਲਬ ਅੰਦੋਲਨ ਨੇ ਸਾਨੂੰ ਅਜਿਹੀਆਂ ਚੀਜ਼ਾਂ ਦਿੱਤੀਆਂ ਜਿਹੜੀਆਂ ਸ਼ਾਇਦ ਹੀ ਕੋਈ ਹੋਰ ਲੜਾਈ ਦਿੰਦੀ ਤੇ ਜਾਂ ਫਿਰ ਸ਼ਾਇਦ ਹੀ ਸਾਨੂੰ ਇਹ ਸਭ ਕੁਝ ਮਿਲਦਾ। ਹਰਿਆਣੇ ਨਾਲ ਭਾਈਚਾਰਕ ਸਾਂਝ ਹੋ ਗਈ, ਸਾਨੂੰ ਉਹਨਾਂ ਦੇ ਰੀਤੀ ਰਿਵਾਜ ਪਤਾ ਲੱਗਣੇ ਸ਼ੁਰੂ ਹੋ ਗਏ, ਉਹਨਾਂ ਨਾਲ ਵਿਚਰਨਾ ਸ਼ੁਰੂ ਹੋ ਗਏ। ਅਸੀਂ ਮਾਲਵੇ ਵਾਲੇ ਮਾਝੇ ਵਾਲਿਆਂ ਨੂੰ ਮਿਲ ਗਏ, ਮਾਝੇ ਵਾਲੇ ਮਾਲਵੇ ਵਾਲਿਆਂ ਨੂੰ ਮਿਲ ਗਏ, ਦੁਆਬੇ ਵਾਲੇ ਮਿਲ ਗਏ। ਜਾਣੀ ਇਹਨਾਂ ਚੀਜ਼ਾਂ ਦਾ ਕਿੰਨਾ ਕੁ ਅਸਰ ਮੰਨਦੇ ਹੋ ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਤੇ, ਔਰ ਇਸ ਨੂੰ ਸਥਿਰ ਰੱਖਣਾ, ਇਸ ਨੂੰ ਬਣਾ ਕੇ ਰੱਖਣਾ ਬੜਾ ਲਾਜ਼ਮੀ ਹੈ। ਇਹ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ। ਦੇਖੋ, ਮੈਂ ਪਹਿਲੀ ਗੱਲ ਤੇ ਇਹ ਕਰਾਂਗਾ ਕਿ ਇਸ ਅੰਦੋਲਨ ਦੇ ਵਿੱਚੋਂ ਹੁਣ ਤੱਕ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਹੋਈਆਂ ਨੇ ਕਾਨੂੰਨਾਂ ਤੋਂ ਅਲੱਗ, MSP ਕਾਨੂੰਨ ਦੇ ਤਹਿਤ ਲਾਗੂ ਕਰਾਉਣ ਤੋਂ ਅਲੱਗ, ਇਹ ਜਿਹੜੀਆਂ ਮੰਗਾਂ ਨੂੰ ਲੈ ਕੇ ਅਸੀਂ ਚੱਲੇ ਉਹ ਤੋਂ ਬਗੈਰ ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ ਨਾ, ਉਹਨਾਂ ਪ੍ਰਾਪਤੀਆਂ ਦੀ ਤੇ ਜੇ ਅਸੀਂ ਗੱਲ ਕਰੀਏ ਨਾ ਤੇ ਉਹ ਤਾਂ ਬਹੁਤ ਵੱਡੀਆਂ ਮਤਲਬ ਕਿ ਲਿਖਿਆ ਜਾਏਗਾ। ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂਗਾ ਕਿ ਸਿੱਖ ਧਰਮ ਜਿਹੜਾ ਹੈ ਇਹ ਕੇਵਲ ਸਿੱਖਾਂ ਦਾ ਨਹੀਂਗਾ, ਇਹ ਮਾਨਵਤਾ ਦਾ ਧਰਮ ਹੈ, ਪੂਰੀ ਦੁਨੀਆ ਨੂੰ ਸੇਧ ਦੇਣ ਵਾਲਾ। ਆ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀਆਂ 4 ਉਦਾਸੀਆਂ ਕੀਤੀਆਂ ਸੀ ਉਹ ਵੀ ਉਹਨਾਂ ਨੇ ਪੂਰੇ ਸੰਸਾਰ ਦੇ ਵਿੱਚ ਸੰਸਾਰ ਦਾ ਭਰਮਣ ਕੀਤਾ ਸੀ ਪੈਦਲ ਚੱਲ ਕੇ ਉਸ ਸਮੇਂ ਦੇ ਵਿੱਚ, ਤੇ ਜਿੱਥੇ ਵੀ ਗਏ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ, ਉਹਨਾਂ ਦੇ ਨਾਲ ਵਿਚਾਰ ਕੀਤੀ, ਗੋਸ਼ਟੀ ਕੀਤੀ, ਤੇ ਉਸ ਤੋਂ ਬਾਅਦ ਚਾਹੇ ਉਹ ਸਿੱਧਾਂ ਕੋਲ ਗਏ ਜਾਂ ਨਾ ਹੋਰ ਕਿਸੇ ਕੋਲ ਗਏ, ਉਹਨਾਂ ਨੇ ਸਾਰਿਆਂ, ਚਾਹੇ ਉਹ ਹਰਿਦੁਆਰ ਗਏ ਨੇ, ਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕੌਡੇ ਰਾਖਸ਼ ਵਰਗਿਆਂ ਨੂੰ ਜਿਹੜਾ ਸੀ ਕਿਸ ਤਰ੍ਹਾਂ ਉਹਨਾਂ ਨੇ ਸਿੱਧੇ ਰਾਹ ਪਾਇਆ। ਔਰ ਅੱਜ ਮੈਂ ਇਹ ਗੱਲ ਕਹਾਂਗਾ ਕਿ ਇਹ ਵੀ ਸੱਚ ਹੈ ਕਿ ਹੁਣ ਤੱਕ 1947 ਤੋਂ ਬਾਅਦ ਜਿਹੜੇ ਸਾਡੇ ਸਿੱਖ ਪ੍ਰਚਾਰਕ, ਸਿੱਖ ਆਗੂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਜਾਂ ਹੋਰ ਜਿਹੜੇ ਆਪਣੇ ਆਪ ਨੂੰ ਜ਼ਿੰਮੇਵਾਰ ਹੁੰਦੇ ਸੀ, ਕੁਝ ਕੁ ਗਿਣਤੀ ਦਿਆਂ ਨੂੰ ਛੱਡ ਕੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਨਿਘਾਰ ਲੈ ਆਂਦਾ। ਉਸ ਨਿਘਾਰ ਦੀ ਪੂਰਤੀ
ਅੱਜ ਇਸ ਅੰਦੋਲਨ ਨੇ ਕੀਤੀ ਆ। ਜਿਹੜਾ ਅਸੀਂ ਖਰਬਾਂ ਰੁਪਈਆ ਖਰਚ ਕਰਕੇ ਸਿੱਖੀ ਦਾ ਪ੍ਰਚਾਰ ਨਹੀਂ ਸੀ ਕਰ ਸਕਦੇ, ਉਹ ਇਸ ਅੰਦੋਲਨ ਨੇ ਕਰਕੇ ਅੱਜ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਜਿਹੜਾ ਉਹ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ। ਇਸੇ ਕਰਕੇ ਹੀ ਅੱਜ ਅਸੀਂ ਇਹ ਕਹਿੰਦੇ ਆ ਕਿ ਅਸੀਂ ਜੇ ਅੱਜ ਜਿਸ ਤਰ੍ਹਾਂ ਤੁਸੀਂ ਕਹਿਤਾ ਹੈ ਕਿ ਖੇਤੀ ਵਿਰੋਧੀ ਕਾਨੂੰਨ ਰੱਦ ਹੋ ਗਏ ਤੇ ਕਿੱਦਣ ਜਾਣਾ। ਭਾਈ ਇੱਕ ਗੱਲ ਦੱਸੋ, ਇਹ ਸਿੱਖ ਉਹ ਨੇ ਜਿਹੜੇ ਸਿੱਖ ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਆਇਆ, ਮਹਿਮੂਦ ਗਜ਼ਨੀ ਆਇਆ, ਮੀਰ ਮਨੂੰ ਆਇਆ, ਜ਼ਕਰੀਆ ਖਾਨ ਆਇਆ, ਇਸ ਭਾਰਤ 'ਤੇ ਹਮਲੇ ਕਰਕੇ ਆਏ, ਕਰਦੇ ਰਹੇ, ਆਉਂਦੇ ਰਹੇ ਜ਼ਾਲਮ। ਉਹਨਾਂ ਨੂੰ ਸਿੱਖ ਘੱਟ ਗਿਣਤੀ 'ਚ ਹੁੰਦੇ ਹੋਏ ਜਿਹੜੇ ਸੀ ਜਿਹੜੋ ਧੀਆਂ ਭੈਣਾਂ ਨੂੰ ਇੱਥੋਂ ਬੰਨ੍ਹ ਕੇ ਲੈ ਜਾਂਦੇ, ਢੱਕਾ ਬੰਨ੍ਹ ਕੇ ਲੈਂਦੇ, ਉਹ ਛਡਾਉਂਦੇ ਰਹੇ। ਉਹ ਸਿੱਖਾਂ ਦਾ ਘਨਾ ਆ ਨਾ, ਇਤਿਹਾਸ ਹੈ ਨਾ। ਇਸੇ ਤਰ੍ਹਾਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਵੀ ਇਹਨਾਂ ਨੇ, ਠੀਕ ਹੈ ਉਸ ਟਾਈਮ 'ਤੇ ਹਰਿਆਣਾ ਪੰਜਾਬ ਜੁਆਇੰਟ ਸੀ, ਹਰਿਆਣੇ ਦੇ ਵੀ ਨਾਲ ਸਾਥ ਹੈ ਜੁੜਾ, ਲੇਕਿਨ ਉਸ ਟਾਈਮ 'ਤੇ ਭਾਰਤ ਦੇ ਨਾਲ ਪਾਕਿਸਤਾਨ ਤੇ ਬੰਗਲਾਦੇਸ਼ ਇਹ ਜੁਆਇੰਟ ਸਨ, ਇੱਕੋ ਦੇਸ਼ ਸੀ। ਉਸ ਟਾਈਮ ਦੇ ਉੱਤੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਵਾਸਤੇ ਨਿਰੋਲ ਸਿੱਖਾਂ ਨੇ 80 ਤੋਂ 95% ਕੁਰਬਾਨੀਆਂ ਨਿਰੋਲ ਸਿੱਖਾਂ ਦੀਆਂ ਨੇ। ਹੁਣ ਏਡੀਆਂ ਵੱਡੀਆਂ ਕੁਰਬਾਨੀਆਂ ਦਿੰਦੇ ਰਹੇ, ਧੀਆਂ ਭੈਣਾਂ ਨੂੰ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਰਹੇ। ਤੇ ਅੱਜ ਜਿਹੜਾ ਅਸੀਂ ਇੱਕ ਦੂਸਰੇ ਨਾਲ ਉਹ ਵਾਅਦੇ ਨਹੀਂ ਸੀ ਸਾਡੇ, ਉਹ ਅਸੀਂ ਆਪਣਾ ਫਰਜ਼ ਸਮਝ ਕੇ ਕਰਦੇ ਰਹੇ, ਗੁਰੂ ਸਾਹਿਬਾਂ ਵੱਲੋਂ ਦਰਸਾਏ ਰਸਤੇ ਤੇ ਚੱਲਦੇ ਰਹੇ, ਤਾਂ ਇਹ ਕੰਮ ਹੋਇਆ, ਕਰਦੇ ਰਹੇ ਸਾਰਾ ਕੁਝ। ਅੱਜ ਜਦੋਂ ਅਸੀਂ ਉੱਥੋਂ ਅੰਦੋਲਨ ਲੈ ਕੇ ਚੱਲੇ ਸਾਂ ਤੇ ਸਾਨੂੰ ਇਹ ਸੀ ਵੀ ਸਾਡਾ ਇਕੱਲਿਆਂ ਦੀ ਗੱਲ ਨਹੀਂ ਬਣਨੀ, ਨਾਲ ਦੇਸ਼ ਨੂੰ ਲੈਣਾ। ਉਸ ਟਾਈਮ 'ਤੇ ਅਸੀਂ ਇੱਕ ਵਾਅਦਾ ਕੀਤਾ ਵੀ ਸਾਰਿਆਂ ਦਾ ਆਇਆ ਵੀ MSP 'ਤੇ ਜਿਹੜੀ ਆ ਉਹ ਗੱਲ ਹੋਵੇਗੀ। ਹੁਣ ਜਿੰਨਾ ਚਿਰ MSP ਨਹੀਂ ਮਿਲਦੀ ਤੇ ਫਿਰ ਇਹ ਸਾਡਾ ਛੱਡ ਕੇ ਜਾਣਾ ਧਰਮ ਨਹੀਂ ਨਾ ਹੈਗਾ, ਉਹ MSP ਦਿਵਾਉਣੀ ਜ਼ਰੂਰੀ ਆ। ਜੇ ਅੱਜ ਅਸੀਂ MSP ਛੱਡ ਕੇ ਤਿੰਨੇ ਕਾਨੂੰਨ ਰੱਦ ਹੋਣ ਤੋਂ ਬਾਅਦ ਅਸੀਂ ਚਲੇ ਜਾਂਦੇ ਆ ਤੇ ਜਿਹੜੇ ਪੂਰੇ ਦੇਸ਼ ਦੇ ਵਿੱਚ ਸਾਡੇ ਸਿੱਖ ਭਰਾ ਬੈਠੇ ਨੇ, ਉਹਨਾਂ ਨੂੰ ਸਾਡਾ ਜਿਹੜਾ ਦੂਸਰਾ ਭਾਈਚਾਰਾ ਜਿਹੜੇ MSP ਚਾਹੁੰਦੇ ਨੇ, ਚਾਹੇ ਉਹ MP ਆ, ਚਾਹੇ UP ਆ, ਚਾਹੇ ਬਿਹਾਰ ਹੈ ਜਾਂ ਉੜੀਸਾ ਹੈ, ਜਾਂ ਕੋਈ ਵੀ ਜਿਹੜੇ ਇਸ ਪ੍ਰਦੇਸ਼ ਹੈ ਪੂਰੇ ਭਾਰਤ ਦੇ, ਉਹ ਲੋਕ ਕਹਿਣਗੇ ਸਾਡੇ ਉਹਨਾਂ ਭਰਾਵਾਂ ਨੂੰ ਤਾਨੇ ਮਾਰਨਗੇ। ਸਿੱਖੋ, ਤੁਸੀਂ ਤਾਂ ਪਿਛਲੇ ਇਤਿਹਾਸ ਦੀਆਂ ਗੱਲਾਂ ਕਰਦੇ ਜੇ ਵੀ ਇਹ ਬੜੇ ਬਹਾਦਰ, ਵੀ ਅਸੀਂ ਤਾਂ 30-30 ਹਜ਼ਾਰ ਦੀਆਂ ਟੱਕਾਂ ਛਡਾਉਂਦੇ ਰਹੇ, ਅਸੀਂ ਮੁਗਲਾਂ ਨੂੰ ਭਜਾਉਂਦੇ ਰਹੇ, ਅਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਦੇ ਵਿੱਚ ਆਹ ਕੁਰਬਾਨੀਆਂ ਦਿੱਤੀਆਂ। ਅੱਜ ਉਹ ਸਾਡੇ ਨਾਲ ਤੁਸੀਂ ਵਾਅਦਾ ਕਰਕੇ ਤੇ ਵਾਅਦਾ ਖਿਲਾਫੀ ਕਰਕੇ ਤੇ ਤੁਸੀਂ ਜਿਹੜੇ ਜੇ ਇਹ ਚਲੇ ਗਏ ਇੱਥੋਂ, ਤਿੰਨੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਾ ਕੇ ਤੁਸੀਂ ਚਲੇ ਗਏ, ਤੇ ਸਾਡੇ ਬਾਰੇ ਯਾਰ ਕੀ ਸੋਚਿਆ? ਉਹ ਸਾਡੇ ਸਿੱਖ ਭਰਾਵਾਂ ਨੂੰ ਕਹਿਣਗੇ ਵੀ ਤੁਹਾਡੇ ਸਿੱਖ ਝੂਠ ਬੋਲਦੇ ਨੇ, ਤੁਹਾਡੇ ਭਰਾਵਾਂ ਨੇ ਅੱਜ ਜਿਹੜੀ ਆ ਨਾ, ਅੱਜ ਵੇਖੋ ਉਹਨਾਂ ਨੇ ਮੌਕਾ ਪ੍ਰਸਤੀ ਕੀਤੀ ਆ, ਇਸ ਕਰਕੇ ਅਸੀਂ ਉਹਨਾਂ ਆਪਣੇ ਵੀਰਾਂ ਨੂੰ ਤਾਨੇ ਮਿਹਣੇ ਨਹੀਂ ਵੱਜਣ ਦੇਣੇ, ਅਸੀਂ ਆਪਣੇ ਸਿਧਾਂਤ ਦੇ ਉੱਤੇ ਉਂਗਲ ਨਹੀਂ ਉੱਠਣ ਦੇਣੀ, ਅਸੀਂ ਆਪਣੇ ਵਿਰਸੇ ਨੂੰ ਜਿਹੜਾ ਉਹ ਸੰਭਾਲ ਕੇ ਰੱਖਣਾ, ਆਪਣੇ ਇਤਿਹਾਸ ਨੂੰ ਸੰਭਾਲ ਕੇ ਰੱਖਣਾ। ਜਿਸ ਕਰਕੇ MSP ਜਿਹੜੀ ਆ ਉਹ ਲੈਣੀ ਜ਼ਰੂਰੀ ਆ। ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇੱਥੋਂ ਸਿੱਖ ਕੇ ਚੱਲਿਆ, ਸਿੱਖਿਆ ਇੱਥੇ PhD ਕਰ ਰਹੇ ਨੇ ਲੋਕ, ਇਸ ਅੰਦੋਲਨ ਦੇ ਉੱਤੇ ਇਤਿਹਾਸ ਬਣ ਰਿਹਾ। ਇਹ ਸੁਨਹਿਰੀ ਅੱਖਰਾਂ 'ਚ ਇੱਥੇ ਇਕੱਲੇ ਪੰਜਾਬ ਹਰਿਆਣੇ ਦਾ ਮਿੱਤਰਤਾ ਹੀ ਨਹੀਂ ਹੋਈ, ਪੂਰੇ ਦੇਸ਼ ਦੇ ਵਿੱਚ ਬਾਕੀ ਸੂਬਿਆਂ ਦੀ ਨਹੀਂ, ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਦੀ ਇੱਕ ਛਵੀ ਬਣੀ ਆ। ਇਸ ਕਰਕੇ ਇਸ ਅੰਦੋਲਨ ਦੇ ਵਿੱਚੋਂ ਜਿਹੜੀਆਂ ਪ੍ਰਾਪਤੀਆਂ ਅੱਜ ਹੋਈਆਂ ਨੇ, ਭਾਈਚਾਰਕ ਸਾਂਝ ਜਿਹੜੀ ਬਣੀ ਆ ਪੂਰੀ ਦੁਨੀਆ 'ਚ, ਤੇ ਸਿੱਖ ਧਰਮ ਦੀ, ਸਿੱਖ ਕੌਮ ਦੀ ਅੱਜ ਹਰ ਸਿੱਖ ਜਿਹੜਾ ਕਿਸੇ ਵੀ ਧਰਮ ਨਾਲ ਸੰਬੰਧਿਤ ਆ, ਕਿਸੇ ਵੀ ਸੂਬੇ ਨਾਲ ਸੰਬੰਧਿਤ ਹੈ, ਉਹ ਯਾਰ ਸਲੂਟ ਕਰਦਾ ਹੈ। ਇਸ ਕਰਕੇ ਇਹ ਬੜੀਆਂ ਵੱਡੀਆਂ ਪ੍ਰਾਪਤੀਆਂ ਜਿਹੜੀਆਂ ਨੇ ਇਸ ਅੰਦੋਲਨ ਦੇ ਵਿੱਚੋਂ। ਸਿਰਸਾ ਸਾਹਿਬ, ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਠੀਕ ਹੈ, ਕਾਨੂੰਨੀ ਗਾਰੰਟੀ ਬੜੀ ਜ਼ਰੂਰੀ ਹੈ ਸਾਡੇ ਦੇਸ਼ ਵਾਸਤੇ, ਬਹੁਤ ਜ਼ਿਆਦਾ, ਉਹਦੇ ਵਾਸਤੇ ਮੋਰਚਾ ਲੱਗਾ ਵੀ ਹੋਇਆ। ਮੇਨ ਇਹ ਮੰਗ ਤੇ ਕੁਝ ਪਰਚਿਆਂ ਦੀਆਂ ਮੰਗਾਂ ਜਾਂ ਫਿਰ ਜੋ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਸੀ, ਆਪਾਂ ਇਹ ਮੰਨਦੇ ਹਾਂ ਕਿ ਸਿਰਫ ਪੂਛ ਛੜੀ ਆ ਹੁਣ, ਜਾਣੀ ਇਹਨੇ ਵੀ ਨਿਕਲ ਜਾਣਾ। ਐਡੇ ਵੱਡੇ ਅੰਦੋਲਨ ਨੇ 3 ਖੇਤੀ ਕਾਨੂੰਨ ਰੱਦ ਕਰਵਾਤੇ, ਤਾਂ ਕੋਈ ਖਾਸ ਗੱਲ ਨਹੀਂ, ਇਹ ਵੀ ਪੂਰੀਆਂ ਹੋ ਜਾਣਗੀਆਂ। ਪਰ ਲੋਕ ਇੱਕ ਤੁਹਾਡੇ ਤੇ ਹੋਰ ਜ਼ਿੰਮੇਵਾਰੀ ਪਊਗੀ ਇਸ ਤੋਂ ਬਾਅਦ, ਮੈਂ ਤੁਹਾਨੂੰ ਅੱਜ ਦੱਸ ਚੱਲਿਆ ਜੀ। ਲੋਕਾਂ ਨਾਲ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ, ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਸਾਲ ਬਾਅਦ ਅਸੀਂ ਇੱਥੇ ਗੇੜਾ ਜ਼ਰੂਰ ਮਾਰਿਆ ਕਰੀਏ ਕਿਸੇ ਨਾ ਕਿਸੇ ਤਰੀਕੇ, ਵੀ ਸਾਨੂੰ ਯਾਦ ਭੁਲਾਉਣੀ ਔਖੀ ਹੋ ਜਾਣੀ, ਸਾਡਾ ਘਰੇ ਗਿਆ ਤਾਂ ਦਿਲ ਨਹੀਂ ਲੱਗਣਾ, ਸਾਲ ਬਾਅਦ ਇੱਕ ਵਾਰੀ ਇਕੱਤਰਤਾ ਜ਼ਰੂਰ ਹੋਵੇ। ਉਹ ਕੀ ਆਈਡੀਆ ਆਉਂਦਾ ਤੁਹਾਡੇ ਦਿਮਾਗ ਦੇ ਵਿੱਚ, ਕਿਸ ਤਰ੍ਹਾਂ ਦੀ ਇਕੱਤਰਤਾ ਹੋਵੇ, ਲੋਕ ਇਕੱਠੇ ਹੋਣ? ਤੁਹਾਨੂੰ ਇਹ ਲੋਕ ਸਵਾਲ ਵੀ ਕਰਨਗੇ ਤੇ ਮੰਗ ਵੀ ਰੱਖਣਗੇ। ਬੜੀ ਵੱਡੀ ਗੱਲ ਤੁਸੀਂ ਕੀਤੀ ਹੈ, ਤੇ ਮੈਂ ਤੁਹਾਡੇ ਰਾਹੀਂ ਜਿਨ੍ਹਾਂ ਵੀਰਾਂ ਨੇ ਸਾਡੇ ਤੇ ਸਵਾਲ ਕਰ ਰਹੇ ਆ ਨਾ, ਤੇ ਕਰ ਵੀ ਰਹੇ ਨੇ, ਹੁਣ ਤਾਂ ਵੀ ਕਰ ਰਹੇ ਨੇ ਤੇ ਕਰਨੇ ਵੀ ਆ, ਤੁਸੀਂ ਵੀ ਕੀਤਾ। ਤੁਹਾਡੇ ਰਾਹੀਂ ਮੈਂ ਉਹਨਾਂ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹੈ
ਕਿ ਵੈਸੇ ਤਾਂ ਸਾਡੀ ਸਾਰਿਆਂ ਦੀ ਮੀਟਿੰਗ 'ਚ ਫੈਸਲਾ ਹੋਣਾ ਹੈ, ਕਿਉਂਕਿ ਇਕੱਲਾ ਮੈਂ ਨਹੀਂ ਕਰ ਸਕਦਾ, ਲੇਕਿਨ ਜੋ ਸੰਭਾਵਨਾ ਜੋ ਸਾਡੀ ਗੱਲਬਾਤ ਚੱਲ ਰਹੀ ਆ, ਆਪਸੀ ਸਾਡੀ ਗੱਲਬਾਤ ਚੱਲ ਰਹੀ ਆ ਔਰ ਮੀਟਿੰਗ 'ਚ ਵੀ ਹੋਵੇਗੀ। ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਇੱਕ ਸ਼ਹੀਦ ਜਿਹੜੇ ਸਾਡੇ 700 ਤੋਂ ਵੱਧ ਇਸ ਬਾਰਡਰ ਤੇ ਆਉਣ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਵੀਰ ਸ਼ਹੀਦ ਹੋਏ, ਇੱਥੇ ਜਿਸ ਤਰ੍ਹਾਂ ਨਵਦੀਪ ਜਿਹੜਾ ਸੀ ਉਹ ਗੋਲੀ ਨਾਲ ਹੋਇਆ, ਉਹ ਵੀ ਇਸ ਮੋਰਚੇ ਦੀ ਬਦੌਲਤ ਹੋਇਆ। ਜੇ ਲਖੀਮਪੁਰ ਖੀਰੀ ਸ਼ਹੀਦ ਹੋਏ, ਉਹ ਵੀ ਇਸ ਮੋਰਚੇ ਦੀ ਬਦੌਲਤ ਹੋਏ। ਇਸ ਤਰ੍ਹਾਂ ਜਿਹੜੇ ਹੋਰ ਨੇ, ਇੱਥੇ ਅੱਗ ਲੱਗੀਆਂ, ਇੱਕ ਬੀਬੀ ਹੈ ਉਹ ਵਿਚਾਰੀ ਅੱਜ ਵੀ ਹਸਪਤਾਲ ਦੇ ਵਿੱਚ ਪਈ ਹੈ। ਉਹ ਦੀਵਾਲੀ ਤੋਂ ਦੂਸਰੇ ਦਿਨ ਜਿਹੜੀ ਸੀ ਉਹਨਾਂ ਦੀ ਝੌਂਪੜੀ ਸੜ ਗਈ ਤੇ ਉਹਨਾਂ ਦੀ ਅੱਗ ਲੱਗ ਗਈ। ਵੈਦ ਜੀ ਦੀ ਜਿਹੜੀ ਉਹਦੇ ਵਿੱਚ ਹੋਈ ਵੈਦ ਜੀ ਦੀ ਮਤਲਬ ਕਿ ਝੌਂਪੜੀ ਦੇ ਜਿਹੜੀ ਅੱਗ ਲੱਗੀ। ਉਸ ਤਰ੍ਹਾਂ ਉਹਨਾਂ ਦੀਆਂ ਜਿੰਨੀਆਂ ਵੀ ਨੇ ਇੱਥੇ, ਉਹਨਾਂ ਸਾਰੇ ਲੋਕਾਂ ਦੀ ਇੱਥੇ ਬਹੁਤ ਵੱਡੀ ਕੁਰਬਾਨੀ ਹੈ। ਸੋ ਅਸੀਂ ਸਮੁੱਚੇ ਤੌਰ ਤੇ, ਚਾਹੇ ਸਾਡੇ ਟਿੱਕਰੀ ਬਾਰਡਰ ਤੇ ਸਾਡੀਆਂ ਭੈਣਾਂ ਸੀ ਉਹ ਟਿੱਪਰਾਂ ਥੱਲੇ ਸ਼ਹੀਦ ਕੀਤੀਆਂ ਗਈਆਂ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਸ ਮੋਰਚੇ ਦੇ ਨਾਲ ਸੰਬੰਧਿਤ ਸ਼ਹੀਦ ਤੇ ਜਿਹੜੇ ਇੱਥੇ ਜ਼ਖਮੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਕੁਲਦੀਪ ਰਾਣਾ ਜਿਹੜਾ ਹਾਂਸੀ ਦੇ ਵਿੱਚ ਅੱਜ ਵੀ ਹਸਪਤਾਲ ਦੇ ਵਿੱਚ ਕੌਮਾ 'ਚ ਪਿਆ, ਉਹਨਾਂ ਸਾਰਿਆਂ ਲੋਕਾਂ ਦੀਆਂ ਇਸ ਤਰ੍ਹਾਂ ਮਿੱਠੀਆਂ ਯਾਦਾਂ ਜਾਂ ਉਹਨਾਂ ਨੂੰ ਸਕੂਨ ਦੇਣ ਵਾਸਤੇ ਜਿਹੜੇ ਸਰੀਰਕ ਤੌਰ ਤੇ ਬੱਚੇ ਨੇ, ਉਹ ਗੰਭੀਰ ਜ਼ਖਮੀ ਨੇ, ਉਹਨਾਂ ਲੋਕਾਂ ਦੀਆਂ ਯਾਦਾਂ ਵਾਸਤੇ ਤੇ ਪਰਿਵਾਰਾਂ ਦੀਆਂ ਯਾਦਾਂ ਵਾਸਤੇ ਤੇ ਆਪਣਾ ਜਿਹੜਾ ਅਸੀਂ ਇੱਥੇ ਲੰਬਾ ਸਮਾਂ ਸਾਲਦਾ, ਅਸੀਂ ਜਦੋਂ ਇੱਥੋਂ ਲੰਘਿਆ ਕਰਨਾ ਤੇ ਕੀ ਵੇਖਿਆ ਕਰਾਂਗੇ ਜੇ ਕੋਈ ਨਿਸ਼ਾਨੀ ਨਾ ਹੋਈ ਤਾਂ ਅਸੀਂ ਇੱਥੇ ਚਾਹੁੰਦੇ ਹਾਂ ਕਿ ਅਸੀਂ ਇੱਥੇ ਇੱਕ ਜਗ੍ਹਾ ਲਵਾਂ, ਸਮਾਰਕ ਬਣਾਉਣਾ ਕਰਕੇ ਤੇ ਸ਼ਹੀਦਾਂ ਦਾ ਯਾਦ ਕਰਤਾ। ਉਹ ਬਾਬਾ ਜੀ ਨੇ ਕਹਿ ਹੀ ਰਹੇ ਨੇ ਤੇ ਯਾਦਗਾਰ ਇੱਥੇ ਬਣਾਏ ਗਏ ਤੇ ਸਾਡੇ ਕੋਲ ਪੈਸੇ ਦੀ ਜਿਹੜੀ ਆ ਨਾ ਉਹ ਕੋਈ ਕਮੀ, ਠੀਕ ਹੈ ਜੀ, ਯਾਦਗਾਰ ਬਣੇਗੀ। ਕੌਮ ਜਿਹੜੀ ਆ ਸਿੱਖ ਕੌਮ, ਜੇ ਵੇਖੋ ਤੁਸੀਂ ਇੱਥੇ ਅੰਦੋਲਨ ਚੱਲਿਆ, ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਆਈ, ਇੱਥੇ ਤੰਬੂ ਲੱਗ ਗਏ, ਪਹਿਲਾਂ ਤੰਬੂਆਂ ਦੀ ਲੋੜ ਪਈ, ਤੰਬੂ ਲੱਗ ਗਏ, ਉਸ ਤੋਂ ਬਾਅਦ ਇੱਥੇ ਬਿਸਤਰੇ ਆ ਗਏ, ਸਿਆਲ ਆਇਆ ਇੱਥੇ ਕੰਬਲ ਆ ਗਏ, ਇੱਥੇ ਬਦਾਮਾਂ ਦੀਆਂ ਗਿਰੀਆਂ ਦੇ ਟਰੱਕਾਂ ਦੇ ਟਰੱਕ ਵੱਡੇ ਗਏ। ਬਿਲਕੁਲ ਸਹੀ। ਕਿਸ ਤਰ੍ਹਾਂ ਇੱਥੇ ਲੋਕਾਂ ਨੇ, ਇੱਥੇ ਮੈਡੀਕਲ ਕੈਂਪ, ਇੱਥੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਲੰਗਰ, ਇੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ, ਇੱਥੇ ਮਾਲਸ਼ਾਂ ਵਾਲੇ, ਇੱਥੇ ਵੈਦ, ਕੱਪੜੇ ਸਿਉਣ ਵਾਲੇ, ਕੱਪੜੇ ਪ੍ਰੈਸ ਕਰਨ ਵਾਲੇ, ਕੱਪੜੇ ਸਿਉਣ ਵਾਲੇ, ਇੱਥੇ ਕੱਪੜੇ ਧੋਣ ਵਾਲੇ, ਸ਼ਹਿਰਾਂ ਦੀ ਇੱਥੇ ਸੇਵਾ, ਕੱਪੜੇ ਸਿਉਣ ਵਾਲੇ, ਜੁੱਤੀਆਂ ਗੰਢਣ ਵਾਲੇ, ਜੁੱਤੀਆਂ ਗੰਢਣ ਵਾਲੇ, ਜੁੱਤੀਆਂ ਪਾਲਸ ਕਰਨ ਵਾਲੇ। ਸੋ ਇੱਥੇ ਕਿੰਨੇ ਕਿਸਮ ਦੀ ਜਿਹੜੀ ਆ ਉਹ ਲੋਕ ਇੱਥੇ ਨੇ ਸੇਵਾ ਕੀਤੀ ਆ। ਮਤਲਬ ਕਿ ਜਦੋਂ ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਨਾ, ਉਸ ਸ਼ਹਿਰ ਨੂੰ ਵਸਾਉਣ ਦੇ ਸਮੇਂ ਉਹਨਾਂ ਨੇ ਜ਼ਮੀਨ ਖਰੀਦੀ, ਉਹਨਾਂ ਨੇ ਕਬਜ਼ੇ ਨਹੀਂ ਕੀਤੇ ਜ਼ਮੀਨਾਂ ਤੇ ਜਿਵੇਂ ਅੱਜ ਦੇ ਡੇਰੇਦਾਰ ਕਰੀ ਫਿਰਦੇ ਨੇ। ਮੈਂ ਡੇਰੇ ਦਾ ਨਾਂ ਲੈਣ ਤੋਂ ਗਰੇਜ ਨਹੀਂ ਕਰਨਾ। ਆ ਰਾਧਾ ਸਵਾਮੀ ਡੇਰੇ ਵਾਲਿਆਂ ਨੇ ਅੱਜ ਕੋਈ ਯੋਗਦਾਨ ਨਹੀਂ ਉਹਨਾਂ ਦਾ ਇਸ ਅੰਦੋਲਨ ਦੇ ਵਿੱਚ। ਉਹਨਾਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਘੇਰੀਆਂ ਨੇ ਤੇ ਆਪਣੇ ਡੇਰੇ ਵਧਾ ਰਹੇ ਨੇ। ਪਰ ਗੁਰੂ ਰਾਮਦਾਸ ਸਾਹਿਬ ਨੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਉਣਾ ਸੀ ਨਾ, ਉਹ ਜ਼ਮੀਨ ਖਰੀਦ ਕੇ ਫਿਰ ਉੱਥੇ ਜਦੋਂ ਸ਼ਹਿਰ ਵਸਾਉਣ ਵਾਸਤੇ ਉੱਥੇ ਹਰ ਤਰ੍ਹਾਂ ਦੇ, ਉੱਥੇ ਤੁਹਾਨੂੰ ਪਤਾ ਹੈ ਕਿ ਵੱਖਰੇ ਵੱਖਰੇ ਬਾਜ਼ਾਰਾਂ ਦੇ ਨਾਲ ਘਿਓ ਮੰਡੀ ਹੈ, ਗੁੜ ਮੰਡੀ ਹੈ, ਇਹ ਚੀਲ ਮੰਡੀ ਹੈ, ਲੱਕੜ ਮੰਡੀ, ਹਰ ਤਰ੍ਹਾਂ ਦੇ ਉੱਥੇ ਕੱਪੜੇ ਕਾਰਖਾਨਦਾਰ ਹੈ। ਮਤਲਬ ਕਿ ਅੰਮ੍ਰਿਤਸਰ ਜਿਹੜਾ ਸ਼ਹਿਰ ਆ, ਇਹ ਉੱਤਰੀ ਭਾਰਤ ਦੇ ਵਿੱਚ ਵਪਾਰ ਦਾ ਇੱਕ ਕੇਂਦਰ ਸੀ ਜੀ। ਇਹ ਗੁਰੂ ਰਾਮਦਾਸ ਸਾਹਿਬ ਨੇ ਉੱਥੇ ਭਾਵੇਂ ਆਪਣੀ ਸੂਈ ਤੋਂ ਲੈ ਕੇ ਜਿਹੜਾ ਸੀ ਉੱਥੇ ਵੱਡੇ ਵੱਡੇ ਕਾਰਖਾਨੇ ਬਣੇ ਤੇ ਹਰ ਤਰ੍ਹਾਂ ਦੇ ਉੱਥੇ ਮਤਲਬ ਕਿ ਜਿਹੜੀਆਂ ਵੀ ਮਨੁੱਖ ਨੂੰ ਜਿਉਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਜਿਹੜੇ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ, ਉਹ ਸਾਰੇ ਉੱਥੇ ਵਸਾਏ। ਮੋਚੀ ਬਾਜ਼ਾਰ ਵੀ, ਹਰ ਤਰ੍ਹਾਂ ਦੇ ਬਾਜ਼ਾਰ ਉੱਥੇ ਵਸਾਏ। ਇਸੇ ਤਰ੍ਹਾਂ ਇੱਥੇ ਵੀ ਹਰ ਤਰ੍ਹਾਂ ਦੇ ਸੇਵਾਦਾਰਾਂ ਨੇ ਸੇਵਾ ਕੀਤੀ ਹੈ। ਬਹੁਤ ਸਾਰੇ ਇੱਥੇ ਢਾਡੀ, ਇੱਥੇ ਕਵੀਸ਼ਰ, ਇੱਥੇ ਰਾਗੀ, ਇੱਥੇ ਪ੍ਰਚਾਰਕ ਔਰ ਹਰ ਧਰਮ ਦੇ। ਔਰ ਤੁਸੀਂ ਇਹ ਦੇਖਿਆ ਕਿ ਸਿੰਘੂ ਵਾਲੀ ਸਟੇਜ ਤੋਂ ਹਰ ਰੋਜ਼ ਸਵੇਰੇ ਜਦੋਂ ਬਾਣੀ ਪੜ੍ਹੀਆਂ ਜਾਂਦੀਆਂ ਨੇ, ਸਾਰੇ ਧਰਮਾਂ ਨਾਲ ਸੰਬੰਧਿਤ, ਇੱਥੇ ਹਨੂੰਮਾਨ ਚਾਲੀਸਾ ਵੀ ਹੈ, ਇੱਥੇ ਕੁਰਾਨ ਦੀਆਂ ਆਇਤਾਂ ਵੀ, ਇੱਥੇ ਸਿੱਖ ਧਰਮ ਦੇ ਨਾਲ ਸੰਬੰਧਿਤ ਗੁਰਬਾਣੀ ਜਿਹੜੀ ਆ ਉਹ ਵੀ ਪੜ੍ਹੀ ਜਾਂਦੀ ਹੈ, ਅਰਦਾਸ ਹੁੰਦੀ ਆ, ਸਭ ਕੁਝ ਹੁੰਦਾ। ਸੋ ਇਸ ਮੋਰਚੇ ਨੇ ਇੱਕ ਉਹ ਚੀਜ਼ ਮਤਲਬ ਕਿ ਲੋਕਾਂ ਨੂੰ ਸੇਧ ਦਿੱਤੀ ਆ, ਜਿਹੜੀ ਆਉਣ ਵਾਲੀਆਂ ਸਮੇਂ ਦੇ ਵਿੱਚ ਇਸ ਅੰਦੋਲਨ ਤੋਂ ਸਿੱਖ ਕੇ ਲੋਕ ਚੱਲਣਗੇ। ਔਰ ਇੱਕ ਗੱਲ ਮੈਂ ਹੋਰ ਭੁੱਲਣਾ ਚਾਹੁੰਦਾ, ਕੀ ਤੁਸੀਂ ਸਮਝਦੇ ਹੋ ਵੀ ਇਹ ਅੰਦੋਲਨ ਜਿੱਤਣ ਤੋਂ ਬਾਅਦ ਅਸੀਂ ਘਰਾਂ 'ਚ ਜਾ ਕੇ ਤੇ ਫਿਰ ਸਾਡੇ ਸਾਰੇ ਕੰਮ ਪੂਰੇ ਹੋ ਜਾਣਗੇ? ਨਹੀਂ, ਇੱਥੋਂ ਤੇ ਇੱਕ ਸ਼ੁਰੂਆਤ। ਇਹ ਅੰਦੋਲਨ ਜਿੱਤਣ ਤੋਂ ਬਾਅਦ ਸਭ ਤੋਂ ਵੱਡੀ ਗੱਲ ਜਿਹੜਾ ਕਿ ਕਿਸਾਨੀ ਨੂੰ ਜਿਹੜਾ ਮਾਰ ਕਰ ਰਿਹਾ ਉਹ ਆ ਗੈਟ ਸਮਝੌਤਾ, WT। ਇਹਨਾਂ ਲੋਕਾਂ ਨੇ ਜਿਸ ਤਰ੍ਹਾਂ ਹੁਣ ਅੱਜ ਵੀ ਸਾਡੇ ਕਈ ਵੀਰ ਕਹਿ ਦਿੰਦੇ ਨੇ, ਇਹ ਜੀ ਜਿਹੜਾ ਹੈਗਾ ਵੀ ਇਹ ਜਿਹੜਾ ਅੰਦੋਲਨ ਹੈ ਸਾਨੂੰ ਕਹਿੰਦੇ ਹੁਣ ਕਿੱਦਣ ਜਾਣਾ ਜੀ,
ਹੁਣ ਚੱਲੀਏ ਆਪਾਂ, ਕਾਨੂੰਨ ਤਾਂ ਰੱਦ ਹੋ ਗਏ। ਉਹ ਭਲਿਓ ਕਾਨੂੰਨ ਤਾਂ ਰੱਦ ਹੋ ਗਏ ਆ ਤੇ ਇਹ ਐਮਐਸਪੀ ਜ਼ਰੂਰੀ ਆ। ਉਹ ਕਹਿੰਦੇ ਜੀ ਐਮਐਸਪੀ ਆਪਾਂ ਨੂੰ ਤਾਂ ਅੱਗੇ ਮਿਲਦੀ ਆ। ਫਿਰ ਉਹਨਾਂ ਨਾਲ ਗੱਲ ਕੀਤੀ, ਐਮਐਸਪੀ ਮਿਲਦੀ ਹੈ ਪਰ ਇਹ ਕਿੰਨਾ ਚਿਰ ਤੁਹਾਨੂੰ ਮਿਲੂਗੀ। ਐਤਕਾਂ ਦੀ ਮਿਸਾਲ ਲੈ ਲਓ ਤੁਸੀਂ, ਇਸ ਵਾਰੀ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਤੇ ਇਹਨਾਂ ਨੇ ਕੰਡੀਸ਼ਨ ਲਾ ਦਿੱਤੀ, ਮਤਲਬ ਕਿ ਜਿਹੜੀ ਸੀਪੀ ਚੋਂ 1 ਕਿੱਲੇ ਦਾ 25 ਕੁਇੰਟਲ ਝੋਨਾ ਖਰੀਦਿਆ ਜਾਊਗਾ ਐਮਐਸਪੀ ਤੇ। ਹੁਣ ਮੰਨ ਲਓ ਸਾਡਾ ਜਿਹੜੀ ਝੋਨੇ ਦੀ ਐਵਰੇਜ ਹੈ ਜਿਹੜੀ ਉਹ 30 ਤੋਂ 32 ਕੁਇੰਟਲ ਹੈ, ਹੁਣ 25 ਕੁਇੰਟਲ ਇਹਨਾਂ ਖਰੀਦ ਰਿਹਾ। ਜਿਹੜਾ 5 ਤੋਂ 7 ਕੁਇੰਟਲ ਝੋਨਾ ਕਿਸਾਨ ਦਾ ਵਧਿਆ ਉਹ ਕਿੱਥੇ ਲੈ ਕੇ ਜਾਊਗਾ, ਉਹਦਾ ਰੇਟ ਕੌਣ ਦਊਗਾ। ਸੋ ਇਹਨਾਂ ਨੇ ਤੇ ਇਸ ਵਾਰੀ ਇਹ ਸ਼ੁਰੂ ਕਰਤਾ ਸੀ, ਉਹ ਕਿਸ ਤਰ੍ਹਾਂ ਬੰਦ ਹੋਣਾ। ਉਹ ਸਾਡਾ ਦੇਸ਼ ਜਿਹੜਾ ਇਹ WTO ਦੇ ਚੋਂ ਗੈਰ ਸਮਝੌਤੇ ਚੋਂ ਬਾਹਰ ਆਊਗਾ ਤਾਂ ਗੱਲ ਬਣਨੀ ਆ। ਇਹ ਲੜਾਈ ਤਾਂ ਸਾਡੀ ਅੱਗੇ ਸ਼ੁਰੂ ਹੋਣੀ ਆ। ਤੇ ਜੇ ਅੱਜ ਅਸੀਂ ਇੱਥੋਂ MSP ਲਾਗੂ ਕਰਾਉਣ ਤੋਂ ਬਗੈਰ, ਕਾਨੂੰਨੀ ਤੌਰ ਤੇ ਲਾਗੂ ਕਰਾਉਣ ਤੋਂ ਬਗੈਰ ਇਸ ਤੋਂ ਚਲੇ ਗਏ ਤੇ ਕੱਲ ਨੂੰ ਜਦੋਂ ਅਸੀਂ ਦੇਸ਼ ਵਾਸੀਆਂ ਨੂੰ ਕਾਲ ਦਿੱਤੀ ਵੀ ਆਓ ਭਾਈ ਆਪਾਂ ਇਸ ਦੇਸ਼ ਨੂੰ ਆਪਣੇ ਨੂੰ ਗੈਰ ਸਮਝੌਤੇ ਚੋਂ ਬਾਹਰ ਕਢਾਉਣਾ, ਆਓ ਸਾਰੇ ਰਲ ਕੇ ਚੱਲੀਏ, ਉਹ ਕਹਿਣਗੇ ਨਾ ਤੁਹਾਡੇ ਤੇ ਨਹੀਂ ਅਸੀਂ ਭਰੋਸਾ ਕਰਨਾ। ਤੁਸੀਂ ਯਾਰ ਸਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਤੇ ਤੁਸੀਂ ਆਪਣੇ ਤੇ ਕਾਨੂੰਨ ਰੱਦ ਕਰਾ ਕੇ ਚਲੇ ਗਏ ਸੋ। ਤੇ ਜਦੋਂ ਸਾਡੀ ਵਾਰੀ ਆਈ MSP ਦੀ, ਤੁਸੀਂ ਕਿਹਾ ਸਾਨੂੰ ਤਾਂ MSP ਮਿਲਦੀ ਆ ਤੇ ਤੁਸੀਂ ਸਾਡੀ ਤਾਂ ਉਸ ਟਾਈਮ ਤੇ ਗੱਲ ਨਾ ਕੀਤੀ ਤੇ ਪਰ ਅਸੀਂ ਤੁਹਾਡੇ ਤੇ ਭਰੋਸਾ ਨਹੀਂ ਕਰਨਾ। ਸੋ ਇਸ ਕਰਕੇ ਇਹ ਲੜਾਈ ਸ਼ੁਰੂ ਹੋ ਰਹੀ ਆ, ਇੱਥੋਂ ਤੇ ਸ਼ੁਰੂ ਹੋਣੀ ਆ ਜਤਨ ਤੋਂ ਬਾਅਦ। ਤੇ ਅਸੀਂ ਆਪਣਾ ਭਰੋਸਾ ਜਿਹੜਾ ਸਾਡਾ ਸਦੀਆਂ ਤੋਂ ਬਣਿਆ ਗੁਰੂ ਕਾਲ ਸਮੇਂ ਤੋਂ, ਉਸ ਤੋਂ ਬਾਅਦ ਸਾਡੇ ਵੱਡ ਵਡੇਰਿਆਂ ਨੇ ਇਸ ਦੇਸ਼ ਨੂੰ ਜਿਹੜਾ ਸੀ ਆਜ਼ਾਦ ਕਰਾਉਣ ਲਈ ਸਮੇਂ-ਸਮੇਂ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਨੇ, ਇਤਿਹਾਸ ਸਿਰਜਿਆ। ਉਸ ਭਰੋਸੇ ਨੂੰ ਅੱਗੇ ਇਸੇ ਤਰ੍ਹਾਂ ਤੋਰੀ ਰੱਖਣ ਵਾਸਤੇ, ਬਹਾਲ ਰੱਖਣ ਵਾਸਤੇ ਅਸੀਂ ਆਪਣੇ ਭਾਰਤ ਦੇ ਸਮੁੱਚੇ ਆਪਣੇ ਸੂਬਿਆਂ ਦੇ ਨਾਲ, ਉਹਨਾਂ ਵੀਰਾਂ ਦੇ ਨਾਲ ਖੜੋਤੇ ਹਾਂ। ਕਾਫੀ ਲੰਬੀ ਗੱਲਬਾਤ ਹੋਈ ਹੈ ਔਰ ਇੱਕ ਅੰਦਰਲੀ ਗੱਲ ਜ਼ਰੂਰ ਸਾਨੂੰ ਸਿਰਸਾ ਸਾਹਿਬ ਨੇ ਦੱਸੀ ਹੈ ਕਿ ਮੋਰਚਾ ਘੱਟੋ ਘੱਟ ਵਿਚਾਰ ਜ਼ਰੂਰ ਕਰ ਰਿਹਾ ਇਸ ਗੱਲ ਤੇ ਔਰ ਮੰਗ ਵੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਤੋਂ ਔਰ ਖੁੱਲੀ ਚਿੱਠੀ ਦੇ ਵਿੱਚ ਦਰਜ ਵੀ ਹੈ। ਇਹ ਖੁੱਲੀ ਚਿੱਠੀ ਦੇ ਵਿੱਚ ਦਰਜ ਵੀ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾਈ, ਸ਼ਹੀਦ ਹੋਏ, ਉਹਨਾਂ ਦੇ ਨਾਮ ਤੇ ਕੁਝ ਜਗ੍ਹਾ ਦੇ ਕੇ ਸਾਨੂੰ ਜਗ੍ਹਾ ਦਿਓ, ਅਸੀਂ ਉੱਦਾਂ ਦੀ ਸਮਾਰਕ ਬਣਾਵਾਂਗੇ ਤਾਂ ਕਿ ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਹਰ ਸਾਲ ਭੇਟ ਕਰ ਸਕੀਏ। ਔਰ ਨਾਲ ਹੀ ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਸਾਡਾ ਇੱਕ ਭਰੋਸਾ, ਖਾਸ ਕਰਕੇ ਸਿੱਖ ਕੌਮ ਤੇ ਬਹੁਤ ਵੱਡਾ ਭਰੋਸਾ ਹਰ ਇੱਕ ਸੂਬਾ, ਹਰ ਇੱਕ ਕੌਮ, ਹਰ ਕੋਈ ਕਰਦਾ ਹੈ ਤੇ ਜਿਸ ਤਰੀਕੇ ਦਾ ਭਰੋਸਾ ਸਾਡੇ ਲੋਕਾਂ ਤੇ ਕੀਤਾ ਗਿਆ ਸੀ, ਅਸੀਂ ਉਸ ਨੂੰ ਉਸੇ ਤਰ੍ਹਾਂ ਬਹਾਲ ਰੱਖਣਾ ਜੀ। ਦੇਖੋ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ। ਮੈਂ ਆ ਥੋੜ੍ਹੇ ਦਿਨ ਪਹਿਲਾਂ ਕੇਰਲਾ ਜਾ ਕੇ ਆਇਆ। ਕੇਰਲਾ ਦੀ ਸਰਕਾਰ ਜਿਹੜੀ ਆ ਉੱਥੋਂ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਧੱਕਾ ਕਰ ਰਹੀ ਆ। ਹਾਲਾਂਕਿ ਇਹ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਜਿਹੜੀਆਂ ਉੱਥੇ ਖੱਬੀ ਪਾਰਟੀ ਦੀ ਸਰਕਾਰ ਹੈ, CPIM ਦੀ ਆ ਸਰਕਾਰ ਹੈ ਉੱਥੇ, ਪਰ ਉੱਥੇ ਜਿਹੜੇ ਲੋਕ ਮਛੇਰੇ ਸਨ ਸਮੁੰਦਰ ਦੇ ਵਿੱਚੋਂ ਮੱਛੀਆਂ ਫੜ ਕੇ ਤੇ ਉਹ ਆਪਣਾ ਪੇਟ ਪਾਲਦੇ ਸੀ, ਉਹ ਲੋਕ 300 ਤੋਂ ਵੱਧ ਪਰਿਵਾਰ ਜਿਹੜਾ ਉੱਜੜ ਕੇ ਕੈਂਪਾਂ 'ਚ ਬੈਠਾ ਹੈ। ਉਹ ਕਿਉਂ? ਜਿਹੜੀ ਉੱਥੋਂ ਦੀ ਸਰਕਾਰ ਹੈ ਉਹਨਾਂ ਨੂੰ 6 ਸਾਲ ਹੋ ਗਏ ਉੱਥੇ ਬੈਠਿਆਂ ਨੂੰ। ਉਹਨਾਂ ਨੇ ਕੀ ਕੀਤਾ ਕਿ ਉੱਥੇ ਜਿਹੜਾ ਇਹ ਅਡਾਨੀ ਦਾ ਜਿਹੜਾ ਸੀ ਪੋਰਟ ਬਣ ਰਿਹਾ ਸਮੁੰਦਰ ਦੇ ਵਿੱਚ, ਜਿਹੜੀ ਰਾਜਧਾਨੀ ਆ ਉੱਥੇ ਕੇਰਲਾ ਦੀ, ਉਹਦੇ ਨਾਲ ਉਹਨਾਂ ਨੇ ਉੱਥੇ ਜਦੋਂ ਸੀ ਪੋਰਟ ਬਣਾਉਣ ਵਾਸਤੇ ਅੰਦਰ ਜਿਹੜੀ ਆ 6 ਕਿਲੋਮੀਟਰ ਦੀ ਤਾਂ ਲੰਬਾਈ ਆ ਬੰਨ ਦੇ ਨਾਲ ਕਿਨਾਰੇ ਦੇ ਨਾਲ 3 ਕਿਲੋਮੀਟਰ ਦੀ ਚੜਾਈ ਅੰਦਰ ਨੂੰ ਜਾਣੀ ਆ। ਉਹਦੇ ਵਿੱਚੋਂ ਉਹ ਮਿੱਟੀ ਕੱਢ ਰਹੇ ਨੇ, ਉਹਦੇ ਵਿੱਚ ਉੱਥੇ ਉਹ ਦੀਵਾਰ ਖੜੀ ਹੋ ਰਹੀ ਆ, ਉਹਦੇ ਨਾਲ ਜਿਹੜਾ ਸਮੁੰਦਰ ਦੀਆਂ ਜਲਾਂ ਜਦੋਂ ਫਲੱਡ ਆਉਂਦਾ ਤੇ ਉਹਦੇ ਨਾਲ ਉਹ ਘਰ ਲੋਕਾਂ ਦੇ ਜਦੋਂ ਮਿੱਟੀ ਕੱਢ ਕੇ ਤੇ ਜਦੋਂ ਉਹਨਾਂ ਨੇ ਸਲੈਬਾਂ ਪਾਈਆਂ ਤੇ ਉਹ ਮਿੱਟੀ ਕੱਢਣਾ ਲੋਕਾਂ ਦੇ ਮਕਾਨਾਂ ਨੂੰ ਤਰੇੜਾਂ ਆ ਗਈਆਂ, ਡਿੱਗ ਗਏ ਤੇ ਉਹ ਅੱਜ ਬੇਘਰ ਹੋ ਕੇ ਬੈਠੇ ਨੇ। ਉੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਆ, ਹੁਣ ਜਿਹੜੀ ਸਰਕਾਰ ਆ, ਉਹਨੇ ਇਹ ਗੱਲ ਕਹੀ, ਵਾਅਦਾ ਕੀਤਾ ਲੋਕਾਂ ਨਾਲ, ਅਸੀਂ 10 ਲੱਖ ਰੁਪਈਆ ਪ੍ਰਤੀ ਪਰਿਵਾਰ ਨੂੰ ਦੇਵਾਂਗੇ, ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਵਾਂਗੇ ਤੇ ਤੁਹਾਨੂੰ ਇਹ ਜਗ੍ਹਾ ਬਣਾ ਕੇ ਦੇਵਾਂਗੇ ਤੇ ਉਹਨਾਂ ਨੂੰ ਜਿਹੜੀਆਂ ਕਿਸ਼ਤੀਆਂ ਜਿਹੜੀਆਂ ਉਹਨਾਂ ਚੱਲਦੀਆਂ ਹਨ ਤੇ ਉਹਨਾਂ ਨੇ ਸਸਤੇ ਰੇਟ ਦੇ ਉੱਥੇ ਜਿਹੜਾ ਤੇਲ ਵੀ ਦੇਣਾ ਸੀ ਉਹਨਾਂ ਨੂੰ, ਜਿਹੜੀਆਂ ਉਹ ਮੱਛੀਆਂ ਦਾ ਕੰਮ ਕਰਦੇ ਨੇ ਜਿਹੜੇ, ਕਿਉਂਕਿ ਹੁਣ ਉਹਨਾਂ ਨੂੰ ਉੱਥੋਂ ਦੂਰ ਜਾਣਾ ਪੈਂਦਾ ਹੈ। ਲੇਕਿਨ ਉਹਨਾਂ ਦੇ ਨਾਲ ਅੱਜ ਇੱਕ ਵੀ ਵਾਅਦਾ ਨਹੀਂ ਕੀਤਾ। ਅੱਜ ਜਿਸ ਤਰ੍ਹਾਂ ਆਹ ਆਪਣਾ ਸ਼ੈੱਡ ਬਣਿਆ ਹੈ, ਇਹ ਤੋਂ ਬਹੁਤ 100 200 ਫੁੱਟ ਲੰਬੇ ਸ਼ੈੱਡ ਨੇ, 200 ਫੁੱਟ ਲੰਬੇ, 200 ਤੋਂ ਵੱਧ ਨੇ, 400 ਫੁੱਟ ਲੰਬੇ ਸ਼ੈੱਡ ਨੇ। ਉਹਨਾਂ ਦੇ ਵਿੱਚ ਕੋਈ ਚਾਰ ਦੀਵਾਰੀ ਨਹੀਂ, ਕੋਈ ਪਰਦਾ ਨਹੀਂ। ਉੱਥੇ 100 ਪਰਿਵਾਰ ਜਿਹੜਾ ਇੱਕੇ ਸ਼ੈੱਡ ਦੇ ਥੱਲੇ ਪਿਆ। ਉੱਥੋਂ ਦੀਆਂ ਉਹ ਬੀਬੀਆਂ ਜਿਹੜੀਆਂ ਸੀ ਉਹਨਾਂ ਨੇ ਮੈਨੂੰ ਰੋ ਕੇ ਦੱਸਿਆ
ਵੀ ਅਸੀਂ ਜਦੋਂ ਕਿਸੇ ਨੌਜਵਾਨ ਮਤਲਬ ਕਿ ਜਿਹੜੀਆਂ ਬੱਚੀਆਂ ਨੇ ਉਹਨਾਂ ਨੇ ਕੱਪੜੇ ਬਦਲਨੇ ਹੁੰਦੇ ਆ ਨਾ, ਤੇ ਉਹ ਦੋ ਬੀਬੀਆਂ ਜਿਹੜੀਆਂ ਨੇ ਉਹ ਕੱਪੜਾ ਚਾਦਰ ਲੈ ਕੇ ਖਲੋਂਦੀਆਂ ਨੇ ਤੇ ਫਿਰ ਉਹ ਕੱਪੜਾ ਬਦਲਦੀਆਂ ਨੇ। ਮਤਲਬ ਇਹ ਹਾਲਤ ਹੈ ਉੱਥੇ ਉਹਨਾਂ ਲੋਕਾਂ ਦੀ। ਤੇ ਇਹ ਜਿਹੜਾ ਕਿਉਂ ਆ, ਉੱਥੇ ਹਜ਼ਾਰਾਂ ਕਰੋੜ ਰੁਪਈਆ ਅਡਾਨੀਆਂ ਨੂੰ ਉਸ ਸੀ ਪੋਰਟ ਬਣਾਉਣ ਵਾਸਤੇ ਫੰਡ ਦਿੱਤਾ ਹੈ। ਗਰੀਬ ਜਿਹੜੇ ਉਹ ਧੱਕੇ ਖਾ ਰਹੇ ਆ। ਇਹ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਆ, ਮੈਂ ਇਹ ਗੱਲ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਮੈਂ ਡੰਕੇ ਦੀ ਚੋਟ ਤੇ ਉਹਨਾਂ ਨੂੰ ਚੈਲੰਜ ਕਰਦਾ, ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਰਾਜ ਕਰ ਰਹੇ ਨੇ ਜਾਂ ਅੱਗੇ ਲੋਕਾਂ ਨਾਲ ਵਾਅਦੇ ਕਰਦੇ ਅਸੀਂ ਇਹ ਕਰਾਂਗੇ ਉਹ ਕਰਾਂਗੇ, ਜੇਕਰ CPIM ਦੀ ਸਰਕਾਰ ਹੁੰਦਿਆਂ ਕੇਰਲਾ ਦੇ ਵਿੱਚ 300 ਪਰਿਵਾਰ ਉਹ ਉੱਥੇ ਬੇਘਰ ਹੋ ਕੇ ਬੈਠਾ 6 ਸਾਲਾਂ ਤੋਂ, ਸਕੂਲ 'ਚ ਕੈਂਪ ਚੱਲ ਰਿਹਾ, ਜਿਸ ਸਕੂਲ 'ਚ ਬੱਚੇ ਪੜ੍ਹ ਰਹੇ ਸੀ ਉੱਥੇ ਬੱਚਿਆਂ ਨੂੰ, ਬੱਚੇ ਜਿਹੜੇ ਨੇ ਉਹ ਬੱਚਿਆਂ ਦੇ ਮਾਂ ਪਿਓ ਉੱਥੇ ਬੈਠੇ ਨੇ ਬੱਚਿਆਂ ਦੇ ਨਾਲ, ਸਕੂਲ ਬੰਦ ਹੈ ਤੇ ਬੱਚੇ ਉੱਥੇ ਬੈਠੇ ਨੇ, ਉਹਨਾਂ ਨੂੰ ਇੱਕ ਖੁੱਡੇ ਦੇ ਵਿੱਚ ਉੱਥੇ ਪੜ੍ਹਾਇਆ ਜਾ ਰਿਹਾ। ਸੋ ਇਹ ਸਰਕਾਰਾਂ ਜਿਹੜੀਆਂ ਨੇ ਇਹ ਕੀ ਕਰ ਰਹੀਆਂ ਨੇ, ਕਿਸ ਤਰ੍ਹਾਂ ਕਰ ਰਹੀਆਂ, ਇਹਨਾਂ ਲੋਕਾਂ ਤੋਂ ਆਮ ਜਨਤਾ ਨੂੰ ਬਚਾਉਣ ਵਾਸਤੇ, ਉਹਨਾਂ ਦੇ ਹੱਕਾਂ ਲਈ। ਉਹ ਵੀ ਲੋਕ ਤੁਹਾਡੇ ਤੇ ਆਸ ਲਾਈ ਬੈਠੇ ਆ ਵੀ ਪੰਜਾਬ ਵਾਲਿਓ, ਸਰਦਾਰ ਜੀ ਆਪ ਹਮਾਰੀ ਵੀ ਸੁਣੋ। ਮਤਲਬ ਇਹ ਗੱਲਾਂ ਉਹਨੇ ਰੋਕੀਆਂ। ਤੁਹਾਡੀ ਸਿੱਖ ਕੌਮ ਦੇ ਉੱਤੇ ਦੁਨੀਆ ਦੇ ਪੂਰੇ ਮਤਲਬ ਪੰਜਾਬ ਦੇ ਭਾਰਤ ਦੇ ਕੋਨੇ-ਕੋਨੇ ਵਿੱਚ ਤੁਹਾਡੇ ਤੇ ਆਸ ਲਾ ਕੇ ਬੈਠੇ ਨੇ ਲੋਕ। ਇਸ ਕਰਕੇ ਅਸੀਂ ਆਪਣਾ ਭਰੋਸਾ ਜਿਹੜਾ ਜਿੱਤਣਾ, ਜਿੱਥੇ ਵੀ ਕਿਤੇ ਹੜ੍ਹ ਆਉਂਦੇ ਨੇ, ਫਲੱਡ ਹੁਣ ਤਾਂ ਤੁਸੀਂ ਦੱਸੋ ਵਿਦੇਸ਼ਾਂ ਦੇ ਵਿੱਚ ਵੀ ਸਿੱਖ ਕੌਮ ਦੀ ਹੋ ਰਹੀ ਆ ਕਿ ਨਹੀਂ? ਬੱਲੇ ਬੱਲੇ ਕਿਉਂ ਹੋ ਰਹੀ ਆ? ਗੁਰੂ ਨਾਨਕ ਪਾਤਸ਼ਾਹ ਦੇ ਦਰਸਾਏ ਰਸਤੇ ਤੇ ਚੱਲਦਿਆਂ। ਕਿਉਂਕਿ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸਿੱਖ ਧਰਮ ਇਕੱਲੇ ਸਿੱਖਾਂ ਦਾ ਨਹੀਂ, ਇਹ ਸਮੁੱਚੀ ਮਾਨਵਤਾ ਦਾ ਧਰਮ ਹੈ। ਤੇ ਮਾਨਵਤਾ ਦਾ ਧਰਮ ਜਿਹੜਾ ਉਹਦਾ ਭਲਾ ਕਰਨਾ ਬਿਨਾਂ ਜਾਤੀ ਤੋਂ, ਬਿਨਾਂ ਭੇਦ ਰੰਗ ਤੋਂ, ਬਿਨਾਂ ਜਾਤ ਬਰਾਦਰੀ ਤੋਂ, ਬਿਨਾਂ ਕਿਸੇ ਪ੍ਰਦੇਸ਼ ਤੋਂ, ਇਹਦੀ ਹਰ ਤਰ੍ਹਾਂ ਦੀ ਸੁੱਖ ਸਹਾਇਤਾ ਉਹਦੀ ਕਰਨੀ, ਜਿਹੜੀ ਉਹਦੇ ਸੁੱਖਾਂ ਵਿੱਚ ਮਤਲਬ ਕਿ ਜਿਹੜਾ ਉਹਨੂੰ ਪਾਉਣ ਵਾਸਤੇ, ਉਹਦੀ ਸਹਾਇਤਾ ਕਰਨ ਵਾਸਤੇ ਸਾਨੂੰ ਗੁਰੂ ਸਾਹਿਬ ਨੇ ਜੋ ਰਸਤਾ ਦਰਸਾਇਆ ਉਹ 'ਤੇ ਚੱਲਣਾ। ਤੇ ਤੁਹਾਡੇ ਤੇ ਲੋਕ ਆਸ ਲਾਈ ਬੈਠੇ ਨੇ। ਲੋਕ ਤੁਹਾਡੇ ਤੋਂ ਉਹ ਸੋਚਦੇ ਨੇ ਵੀ ਸਾਡੇ ਕੋਲ ਕਿਤੇ ਵੀ ਦੁੱਖ ਹੋਵੇ ਸਿੱਖ ਕਦੋਂ ਆਏਗਾ। ਪੂਰੀ ਦੁਨੀਆ ਲਈ ਮਿਸਾਲ ਬਣਿਆ ਇਹ ਅੰਦੋਲਨ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਸ਼ੋਭਾ ਨਹੀਂ ਹੈਗਾ ਕਿ ਜੇਕਰ ਇਸ ਨੂੰ ਇਹ ਕਹਿ ਦਈਏ ਕਿ ਪੂਰੀ ਦੁਨੀਆ ਸਾਡੇ ਤੇ ਭਰੋਸਾ ਕਰਦੀ ਹੈ, ਪੂਰੀ ਦੁਨੀਆ ਅਜਿਹੇ ਅੰਦੋਲਨ ਭਾਲਦੀ ਹੈ, ਕਿਉਂਕਿ ਹਰ ਇੱਕ ਜਗ੍ਹਾ ਤੇ ਕੋਈ ਨਾ ਕੋਈ ਤਕਲੀਫ ਹੈ, ਕੋਈ ਬਹੁਤ ਸਾਰੇ ਲੋਕ ਸਰਕਾਰਾਂ ਤੋਂ ਪੀੜਤ ਹੁੰਦੇ ਨੇ। ਤਾਂ ਇਸ ਅੰਦੋਲਨ ਨੇ ਹਰ ਇੱਕ ਨੂੰ ਇੱਕ ਰਸਤਾ ਦਿਖਾਉਣਾ। ਠੀਕ ਹੈ ਸਿਰਸਾ ਸਾਹਿਬ ਹੋਰਾਂ ਨੇ ਕਿ ਇਹ ਤਾਂ ਹਾਲੇ ਸ਼ੁਰੂਆਤ ਹੈ, ਅੰਤ ਤਾਂ ਹਾਲੇ ਬਹੁਤ ਦੂਰ ਹੋਣਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਅੰਦੋਲਨ ਨੇ ਸਾਨੂੰ ਜੋ ਕੁਝ ਦਿੱਤਾ, ਜੋ ਕੁਝ ਸਿਖਾਇਆ ਤੇ ਸਾਡੇ ਗੁਰੂਆਂ ਦਾ ਦਿਖਾਇਆ ਹੋਇਆ ਰਸਤਾ ਅਸੀਂ ਇਸੇ ਤਰ੍ਹਾਂ ਯਾਦ ਰੱਖੀਏ ਔਰ ਇਸ ਅੰਦੋਲਨ ਤੋਂ ਸਿੱਖਿਆ ਹੋਇਆ ਅਸੀਂ ਇਸੇ ਤਰ੍ਹਾਂ ਬਰਕਰਾਰ ਰੱਖਣ ਵਿੱਚ ਵੀ ਕਾਮਯਾਬ ਹੋਈਏ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਸਿੰਘੂ ਬਾਰਡਰ, ਦਿੱਲੀ।